ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜੈ ਨਿਹੋ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਆਸਾ ਕੀ ਵਾਰ ਦੀ ਜੋ ਲੜੀਵਾਰ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਅਧੀਨ ਅੱਜ 10ਵੀਂ ਪੌੜੀ ਨਾਲ ਸੰਬੰਧਿਤ ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਲੋਕ ਅੰਦਰ ਸਤਿਗੁਰਾਂ ਨੇ ਦ੍ਰਿਸ਼ਟਮਾਨ ਜੋ ਦਿਸ ਰਿਹਾ ਹੈ, ਇਸ ਮਥੇਨੇ ਦੀ, ਇਸ ਬਿਨਸਨਹਾਰ ਦੀ, ਇਸ ਛਿੰਨ ਭੰਗਰ ਅਸਤਿਤਵ ਦੀ ਗੱਲ ਕਰਦਿਆਂ ਹੋਇਆਂ ਤੁਧ ਬਾਜ ਕੂੜੋ ਕੂੜ ਦੀ ਵਿਆਖਿਆ ਵਿਚਾਰ ਹਜ਼ੂਰ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਸ਼ਲੋਕ ਵਿੱਚ ਹਰ ਦ੍ਰਿਸ਼ਟਮਾਨ ਚੀਜ਼ ਲਈ ਸ਼ਬਦ ਕੂੜ ਵਰਤਿਆ ਹੈ। ਉਹ ਭਾਵੇਂ ਸਰੀਰ ਹੈ, ਸਰੀਰ ਦਾ ਸੁਹੱਪਣ ਹੈ, ਸਰੀਰ ਤੇ ਓਢੇ ਹੋਏ ਬਸਤਰ ਨੇ, ਭਾਵੇਂ ਸਰੀਰ ਦੇ ਵਰਤਣ ਵਾਲੇ ਪਦਾਰਥ ਨੇ, ਭਾਵੇਂ ਰਾਜਾ ਭਾਵੇਂ ਪਰਜਾ, ਸਤਿਗੁਰੂ ਨੇ ਇੱਕ ਲਫ਼ਜ਼ ਇਹ ਵਾਰ-ਵਾਰ ਕੂੜ ਵਰਤਿਆ ਹੈ। ਪਰ ਮੈਂ ਆਪ ਜੀ ਦੇ ਸਨਮੁਖ ਇਸ ਸ਼ਲੋਕ ਦੀ ਵਿਚਾਰ ਤੋਂ ਪਹਿਲਾਂ ਇੱਕ ਅਰਜ਼ ਕਰਨੀ ਚਾਹੁੰਦਾ ਹਾਂ। ਅਸੀਂ ਜਦੋਂ ਪਿਛਾ ਆਸਾ ਕੀ ਵਾਰ ਦੀ ਵਿਚਾਰ ਕਰਦੇ ਆ ਰਹੇ ਹਾਂ ਤੇ ਇਸੇ ਬਾਣੀ ਦੇ ਵਿੱਚ ਜਿੱਥੇ ਅੱਜ ਪੜ੍ਹ ਰਹੇ ਹਾਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹਦੇ ਅਰਥ ਬਾਦਸ਼ਾਹ ਵੀ ਕੂੜਾ ਹੈ, ਉਸ ਦੀ ਪਰਜਾ ਵੀ ਝੂਠ ਹੈ, ਬਿਨਸਨਹਾਰ ਹੈ, ਤੇ ਨਾਲ ਸ਼ਬਦ ਵਰਤਿਆ ਸਭ ਸੰਸਾਰ। ਕੱਲਾ ਰਾਜਾ ਪਰਜਾ ਹੀ ਨਹੀਂ, ਜੋ ਚੀਜ਼ ਸਾਨੂੰ ਦ੍ਰਿਸ਼ਟਮਾਨ ਦਿਸ ਰਹੀ ਹੈ, ਸੰਸਾਰ ਦੀ ਹਰ ਚੀਜ਼ ਜਿਹੜੀ ਉਹ ਬਿਨਸਣ ਵਾਲੀ ਹੈ।
ਪਰ ਇੱਕ ਸਵਾਲ ਪੈਦਾ ਹੋਵੇਗਾ ਪਾਠ ਕਰਦਿਆਂ ਕਿ ਪਿਛਲੇ ਦਿਨੀ ਅਸੀਂ ਵਿਚਾਰ ਕਰਦੇ ਆਏ ਹਾਂ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਤੇ ਆ ਜਿਹੜਾ ਕੂੜ ਦਾ ਜ਼ਿਕਰ ਕੀਤਾ, ਸਭ ਇਹ ਦ੍ਰਿਸ਼ਟਮਾਨ ਆਕਾਰ ਨੇ, ਇਹ ਦਿਸਦੀਆਂ ਹੋਈਆਂ ਵਸਤੂਆਂ ਨੇ। ਪਰ ਪਿੱਛੇ ਤਾਂ ਦਾਤਾਰ ਕਹਿ ਕੇ ਆਏ ਤੇਰੇ ਖੰਡ ਵੀ ਸੱਚੇ, ਤੇਰੇ ਬ੍ਰਹਿਮੰਡ ਵੀ ਸੱਚੇ, ਤੇਰੇ ਆਕਾਰ ਵੀ ਸੱਚੇ। ਇੱਥੋਂ ਤੱਕ ਲਫ਼ਜ਼ ਵਰਤਿਆ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਫਿਰ ਬੇਨਤੀ ਹੈ, ਜੇ ਇਹ ਜਗ ਸੱਚੇ ਕੀ ਕੋਠੜੀ ਹੈ ਤੇ ਇੱਥੇ ਗੁਰਦੇਵ ਜੀ ਨੇ ਸ਼ਬਦ ਵਰਤਿਆ ਕੂੜ ਸਭ ਸੰਸਾਰ। ਜਗ ਤੇ ਸੰਸਾਰ, ਅਰਥ ਇਹਨਾਂ ਦੇ ਦੋਨੋਂ ਇੱਕੋ ਨੇ। ਭਾਵਾਂ ਕਿ ਸੰਸਾਰ ਲਫ਼ਜ਼ ਦੇ ਅਰਥ ਸਿਆਣੇ ਵਿਦਵਾਨਾਂ ਨੇ ਇਹ ਕੀਤੇ ਨੇ। ਸੰਸਾਰ ਦਾ ਅਰਥ ਹੈ ਜੋ ਘੁੰਮ ਰਿਹਾ ਹੈ, ਜੋ ਗਤੀਸ਼ੀਲ ਚੱਲ ਰਿਹਾ ਹੈ। ਪਰ ਮੈਂ ਬੇਨਤੀ ਕਰਾਂਗਾ, ਜੇ ਇਹ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ ਹੈ, ਸੱਚੇ ਤੇਰੇ ਲੋ, ਸੱਚੇ ਆਕਾਰ ਹੈ, ਜਾਂ ਇਹ ਸ਼ਬਦ ਕਹਿ ਰਹੀ ਹੈ ਸੱਚੇ ਤੇਰੇ ਕਰਨੇ ਸਰਬ ਵਿਚਾਰ ਹੈ, ਤੇ ਫਿਰ ਇਹਦੇ ਅਰਥ ਕਰਦਿਆਂ ਕਿ ਕੂੜ ਰਾਜਾ ਕੂੜ ਪਰਜਾ, ਮਹਾਰਾਜ ਜੀ ਨੇ ਸ਼ਬਦ ਵਰਤਿਆ ਕੂੜ ਸਭ ਸੰਸਾਰ। ਜੇ ਇਹ ਸੱਚ ਹੈ ਤੇ ਫਿਰ ਝੂਠ ਕਿਉਂ? ਕਈ ਵਾਰੀ ਓਪਰੀ ਸਰਸਰੀ ਨਜ਼ਰ ਨਾਲ ਇਨਸਾਨ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਸ਼ਾਇਦ ਇਹ ਸ਼ਲੋਕ ਆਸਾ ਦੀਵਾਰ ਦੇ ਆਪਾ ਵਿਰੋਧੀ ਤੇ ਨਹੀਂ, ਕਿ ਇਹ ਸਿਧਾਂਤਕ ਤੌਰ ਤੇ ਸ਼ਲੋਕ ਇੱਕ ਦੂਜੇ ਦੇ ਵਿਰੋਧ ਵਿੱਚ ਨਜ਼ਰ ਨਹੀਂ ਆ ਰਹੇ। ਨਾ ਬਸ ਥੋੜ੍ਹੀ ਜਿਹੀ ਗੱਲ ਆਪਾਂ ਸੁਣੀਏ, ਕਿਉਂਕਿ ਮੈਂ ਇਸ ਸ਼ਲੋਕ ਦੇ ਅਰਥ ਕਰਨ ਤੋਂ ਪਹਿਲਾਂ ਮਨ ਵਿੱਚੋਂ ਇਹ ਸ਼ੰਕਾ ਜ਼ਰੂਰ ਨਿਵਰਤ ਹੋ ਜਾਏ ਕਿ ਉਹ ਸੱਚ ਕਿਉਂ ਹੈ ਤੇ ਇੱਥੇ ਕੂੜ ਕਿਉਂ ਹੈ। ਦੇਖੋ, ਜਦੋਂ ਅਸੀਂ ਇਹ ਸ਼ਲੋਕ ਪੂਰਾ ਪੜ੍ਹਿਆ, ਇਸ ਸ਼ਲੋਕ ਵਿੱਚ ਇੱਕ ਬਚਨ ਧਿਆਨ ਨਾਲ ਸੁਣਿਓ। ਅਖੀਰ ਤੇ ਬਚਨ ਹੈ ਕਿ ਕੂੜ ਮਿੱਠਾ, ਕੂੜ ਮਾਖਿਓਂ, ਕੂੜ ਡੋਬੈ ਪੂਰ। ਕੂੜ ਸ਼ਹਿਦ ਦੀ ਤਰ੍ਹਾਂ ਮਿੱਠਾ ਹੈ, ਮਿਠਾਸ ਨਾਲ ਭਰਿਆ। ਇਸ ਮਿੱਠੇ ਨੇ ਪੂਰਾਂ ਦੇ ਪੂਰ ਡੋਬ ਦਿੱਤੇ। ਪਰ ਅਗਲੀ ਤੁਕ ਨੇ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ ਵੀ ਇਹ ਕੂੜ ਕਿਉਂ ਹੈ। ਮਹਾਰਾਜ ਦੇ ਬੋਲ ਨੇ, ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ। ਇਸ ਸ਼ਲੋਕ ਵਿੱਚ ਜਿਹੜਾ ਤੁਧ ਸ਼ਬਦ ਆਇਆ, ਤੁਧ ਬਾਜ ਆਇਆ, ਬਸ ਇਹਨੂੰ ਹਰ ਤੁਕ ਨਾਲ ਜੋੜ ਕੇ ਦੇਖੋਗੇ ਤੇ ਬਿਲਕੁਲ ਸਮਝ ਪੈ ਜਾਏਗੀ ਕਿ ਇਹ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ। ਪਿਆਰਿਓ, ਇਹ ਤੁਧ ਬਾਜ ਹੈ ਤਾਂ ਸੰਸਾਰ ਕੂੜਾ ਹੈ, ਤੁਧ ਬਾਜ ਹੈ ਤਾਂ ਰਾਜਾ ਪਰਜਾ ਝੂਠ ਹੈ, ਤੁਧ ਬਾਜ ਹੈ ਤੇ ਮੀਆਂ ਬੀਬੀ ਝੂਠ ਹੈ, ਤੁਧ ਬਾਜ ਹੈ ਤੇਰੀ ਯਾਦ ਵਿੱਚੋਂ ਵਿਸਰ ਜਾਏ, ਤੇਰਾ ਸਿਮਰਨ ਵਿੱਚੋਂ ਵਿਸਰ ਜਾਏ, ਤੇਰੀ ਹਸਤੀ ਤੋਂ ਅਨਕਾਰੀ ਹੋ ਕੇ ਆਪਣੀ ਖੌਮੇ ਆਸ਼ਰਿਤ, ਖੌਮੇ ਦੇ ਅਧੀਨ ਹਸਤੀ ਪੈਦਾ ਕਰ ਲੈਣਾ, ਫਿਰ ਸਭ ਕੁਝ ਹੀ ਕੂੜ ਹੈ। ਆਓ ਥੋੜ੍ਹਾ ਜਿਹਾ ਅਸੀਂ ਬਾਣੀ 'ਚ ਦੇਖੀਏ, ਸਾਨੂੰ ਸਮਝ ਬੜੀ ਸੌਖੀ ਪਏਗੀ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਕਈ ਵਾਰੀ ਕਈ ਸ਼ਬਦ ਪੜ੍ਹਨੇ ਆ, ਇੰਜ ਪ੍ਰਤੀਤ ਹੁੰਦਾ ਹੈ ਕਿਤੇ ਸ਼ਬਦ ਆਪਾ ਵਿਰੋਧੀ ਨੇ। ਚਲੋ, ਜਿਵੇਂ ਅਸੀਂ ਇੱਥੇ ਦੋ ਪ੍ਰਮਾਣ ਲਏ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਜਾਂ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰ ਇਹਦੇ ਨਾਲ ਇਹ ਵੀ ਆ ਗਿਆ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਮ ਸੰਸਾਰ। ਇੰਜ ਪ੍ਰਤੀਤ ਹੋਵੇਗਾ ਆਪਾ ਵਿਰੋਧੀ ਨੇ। ਇਸੇ ਤਰ੍ਹਾਂ ਹੋਰ ਵੀ ਸ਼ਬਦ ਹੁੰਦੇ ਨੇ। ਜਿਵੇਂ ਮੰਨ ਲਓ ਅਸੀਂ ਭਗਤ ਨਾਮਦੇਵ ਜੀ ਦਾ ਇੱਕ ਬੋਲ ਪੜ੍ਹਨੇ, ਉਹ ਸ਼ਬਦ ਵਰਦੇ ਨੇ ਹਜ਼ੂਰ ਦੀ ਬਾਣੀ ਅੰਦਰ ਕਿ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਸੰਸਾਰ ਤਾਂ ਪ੍ਰਭੂ ਦਾ ਬਣਾਇਆ ਹੋਇਆ ਇੱਕ ਬਹੁਤ ਸੁੰਦਰ ਬਾਗ ਹੈ, ਪਰ ਗੁਰਦੇਵ ਕਹਿੰਦੇ ਨਹੀਂ, ਜਿਹਨੂੰ ਤੂੰ ਬਾਗ ਸ਼ਹਿਰ ਮੰਨਿਆ ਪਿਆਰਿਆ, ਅਸਲ 'ਚ ਇਹ ਤਾਂ ਭਿਆਨਕ ਜੰਗਲ ਹੈ। ਜਿਵੇਂ ਹਜ਼ੂਰ ਦਾ ਬੋਲ ਹੈ ਗੁਰੂ ਅਰਜੁਨ ਦੇਵ ਜੀ ਦਾ ਕਿ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਇਹ ਜਿਹਨੂੰ ਤੂੰ ਬਾਗ ਬਗੀਚੇ ਨਗਰ ਕਹਿ ਰਿਹਾ, ਇਹ ਬੜਾ ਖਤਰਨਾਕ ਭਿਆਨਕ ਜੰਗਲ ਹੈ। ਤੇ ਸਵਾਲ ਉੱਠੇਗਾ, ਜੇ ਖਰਕਾ ਬਾਗਰਾ ਹੈ ਤੇ ਫਿਰ ਇਹ ਮਹਾ ਭਿਆਨ ਉਦਿਆਨ ਕਿਉਂ ਹੈ? ਦੇਖੋ, ਦੂਸਰਾ ਪ੍ਰਮਾਣ ਇਸ ਸੰਬੰਧੀ ਇੱਕ ਸੀ ਸੱਚੇ ਤੇਰੇ ਖੰਡ, ਤੇ ਨਾਲ ਕਹਿ ਦਿੱਤਾ ਕੂੜ ਸਭ ਸੰਸਾਰ। ਇੱਕ ਪਾਸੇ ਕਿਹਾ ਹਰ ਕਾ ਬਾਗਰਾ, ਦੂਜੇ ਪਾਸੇ ਸ਼ਬਦ ਵਰਤਿਆ ਮਹਾ ਭਿਆਨ ਉਦਿਆਨ, ਭਿਆਨਕ ਜੰਗਲ ਨਗਰ ਕਰ ਮਾਨਿਆ, ਜਿਹਨੂੰ ਤੂੰ ਬਾਗ ਬਗੀਚੇ ਸ਼ਹਿਰ ਸਮਝ ਰਹੇ। ਇਸੇ ਤਰ੍ਹਾਂ
ਅਸੀਂ ਆਨੰਦ ਸਾਹਿਬ ਦਾ ਪਾਠ ਕਰਨੇ। ਇੱਕ ਪਾਸੇ ਗੁਰਦੇਵ ਆਨੰਦ ਸਾਹਿਬ ਦੀ ਬਾਣੀ 'ਚ ਬਖਸ਼ਿਸ਼ ਕਰਦੇ ਨੇ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ। ਬ ਦੂਜੇ ਪਾਸੇ ਸ਼ਬਦ ਇਹ ਕੁਟੰਬ ਤੂੰ ਜੇ ਦੇਖਦਾ, ਵੇਖਣ ਦੀ ਕਿਰਿਆ ਅੱਖਾਂ ਨਾਲ ਸੰਬੰਧਿਤ, ਚੱਲੈ ਨਾਹੀਂ ਤੇਰਾ ਨਾਲੇ। ਪਰ ਉਹੀ ਸਤਿਗੁਰੂ ਬਾਣੀ ਸ਼ਬਦ ਕਰ ਰਹੇ ਨੇ ਕਿ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਦੇਖੋ ਸਿਰਫ 3 ਅਸੀਂ ਗੱਲਾਂ ਲਈਆਂ, ਜ਼ਿਆਦਾ ਡਿਟੇਲ 'ਚ ਨਹੀਂ, ਕਿਉਂਕਿ ਆਪਾਂ ਆਪਣਾ ਮਰਕਜ਼, ਆਪਣਾ ਫੋਕਸ, ਆਪਣਾ ਧੁਰਾ ਸਤਿਗੁਰੂ ਦੇ ਸ਼ਲੋਕ ਦੇ ਅਰਥ ਭਾਵ ਅਰਥਾਂ ਵੱਲ ਰੱਖਣ। ਪਰ ਇਹ ਥੋੜ੍ਹੀ ਜਿਹੀ ਬੇਨਤੀ ਸੀ ਜਿੰਨੀ ਕੋ ਮਾਲਕ ਨੇ ਸੋਝੀ ਸਮੱਤ ਬਖਸ਼ੀ ਕਿ ਦੇਖੋ ਕਿ ਇੱਕ ਪਾਸੇ ਕੂੜ ਹੈ, ਦੂਜੇ ਪਾਸੇ ਸੱਚ ਕਿਹਾ। ਇੱਕ ਤਰਫ ਬਾਗ ਕਹਿ ਦਿੱਤਾ, ਦੂਸਰੀ ਤਰਫ ਜੰਗਲ ਕਹਿ ਦਿੱਤਾ। ਇੱਕ ਪਾਸੇ ਗੁਰਦੇਵ ਜੀ ਨੇ ਆਪਣੀ ਰਚਨਾ ਦੇ ਅੰਦਰ ਇਹ ਕੁਟੰਬ ਨਾਲ ਚੱਲਣ ਵਾਲਾ ਨਹੀਂ, ਦੂਜੇ ਪਾਸੇ ਕਰਨ ਜੋ ਦੇਖਦਾ ਇਹ ਖਰੀ ਕਾ ਰੂਪ ਹੈ। ਇਹਨੂੰ ਸਮਝਣ ਲਈ ਬਸ 2 ਗੱਲਾਂ ਧਿਆਨ ਨਾਲ ਸੁਣੋਗੇ ਤਾਂ ਸਮਝ ਪਏਗੀ। ਬਸ ਇੱਕ ਨੁਕਤਾ ਹੈ ਤੁਦਬਾਜ। ਗੁਰੂ ਸਾਹਿਬ ਦੀ ਬਾਣੀ 'ਚ ਰਹਿਰਾਸ ਸਾਹਿਬ ਦਾ ਅਸੀਂ ਪਾਠ ਕਰਨੇ ਆ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਸ਼ਬਦ ਹੈ ਜੋ ਰੋਜ਼ ਪੜ੍ਹਿਆ ਜਾਂਦਾ ਹੈ ਕਿ ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਖਮ ਦੇਖਾ ਤਹਿ ਡੂਬਿਅਲੇ। ਇਹਦੇ ਅਰਥ ਬੜੇ ਸਪਸ਼ਟ ਨੇ ਕਿ ਜਿਸ ਸੰਸਾਰ ਵਿੱਚ ਆਪਾਂ ਰਹਿ ਰਹੇ ਹਾਂ, ਤਿਤ ਸਰਵਰੜੈ, ਸਰਵਰੜੈ ਦਾ ਅਰਥ ਹੈ ਸਰੋਵਰ, ਖਤਰਨਾਕ ਭਿਆਨਕ ਸਰੋਵਰ ਹੈ ਜਿੱਥੇ ਸਾਡਾ ਨਿਵਾਸ ਹੈ। ਆਮ ਸਰੋਵਰ ਵਿੱਚ ਪਾਣੀ ਸਾਨੂੰ ਮਿਲੇਗਾ, ਜਲ ਮਿਲੇਗਾ, ਨੀਰ ਮਿਲੇਗਾ, ਪਰ ਇਸ ਸੰਸਾਰ ਸਰੋਵਰ ਦੇ ਅੰਦਰ ਪਾਣੀ ਦੀ ਥਾਂ ਹਜ਼ੂਰ ਕਹਿੰਦੇ ਨੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ, ਵਾਸ਼ਨਾਵਾਂ ਦੀਆਂ ਲਹਿਰਾਂ ਰੱਬ ਨੇ ਪੈਦਾ ਕੀਤੀਆਂ। ਤੇ ਨਾਲ ਸ਼ਬਦ ਕਹਿੰਦੇ ਨੇ ਮੋਹ ਦਾ ਚਿੱਕੜ ਹੈ। ਮੈਂ ਆਪਣੀਆਂ ਅੱਖਾਂ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਦੇਖਿਆ ਕਿ ਮੋਹ ਦਾ ਚਿੱਕੜ ਇੰਨਾ ਕੁ ਫਸਵਾਂ ਹੈ ਕਿ ਜਦੋਂ ਕੋਈ ਚੱਲਣ ਦਾ ਯਤਨ ਕਰਦਾ ਹੈ ਤੇ ਉਹਦੇ ਪੈਰਾਂ ਨੂੰ ਮੋਹ ਦਾ ਚਿੱਕੜ ਅੱਗੇ ਜਾਣ ਨਹੀਂ ਦੇ ਰਿਹਾ। ਹਜ਼ੂਰ ਦੇ ਅੰਮ੍ਰਿਤ ਬੋਲ ਕਿ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਖਮ ਦੇਖਾ ਤੈ ਡੂਬਿਅਲੇ। ਮਨ ਏਕ ਨਾ ਚੇਤ ਸਮੂੜ ਮਨਾ। ਬਸ ਆਹੀ ਨੁਕਤਾ ਚੇਤੇ ਰੱਖੋ, ਤੁਧ ਬਾਜ ਵਾਲਾ ਏਕ ਨਾ ਚੇਤ, ਇਹੀ ਤਾਂ ਕਰਤਾਰ ਹੈ, ਪਰਮਾਤਮਾ ਹੈ। ਉਹ ਮੇਰੇ ਮਨਾ, ਇਹ ਅੱਗ, ਇਹ ਲਹਿਰਾਂ, ਇਹ ਚਿੱਕੜ, ਇਹ ਭਿਆਨਕਤਾ, ਇਹ ਡਰਾਵਨਾਪਨ ਤਾਂ ਹੀ ਹੈ ਕਿ ਤੈਨੂੰ ਇੱਕ ਪਰਮਾਤਮਾ ਦਾ ਨਾਮ ਚੇਤੇ ਨਹੀਂ। ਜੇ ਉਸ ਦਾ ਚੇਤਾ ਆ ਜਾਏ ਤੇ ਸੱਚ ਏਵੇ ਇਹ ਸਰੋਵਰ ਵੀ ਤੈਨੂੰ ਡੋਬ ਨਹੀਂ ਸਕੇਗਾ। ਕਿਉਂਕਿ ਮੈਂ 2 ਪ੍ਰਮਾਣ ਹੋਰ ਬਾਣੀ 'ਚੋਂ ਇਸ ਸੰਬੰਧੀ ਦਿਆਂਗਾ, ਇਸ ਗੱਲ ਨੂੰ ਥੋੜ੍ਹਾ ਜਿਹਾ ਕਲੀਅਰ ਕਰਨ ਲਈ। ਮਹਾਰਾਜ ਕਹਿੰਦੇ ਨੇ ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਉਸ ਤੋਂ ਬਾਅਦ 2 ਬੇਨਤੀਆਂ ਨੇ ਮੇਰੀਆਂ। ਮੈਂ ਇੱਕ ਜੰਗਲ, ਇੱਕ ਸਰੋਵਰ ਦੀ ਉਦਾਹਰਨ ਦੇ ਦਿੱਤੀ। ਇਸ ਗੱਲ ਨੂੰ ਕਿ ਜੇ ਸੱਚ ਹੈ ਤੇ ਫਿਰ ਝੂਠ ਕਿਉਂ, ਜੇ ਝੂਠ ਹੈ ਤੇ ਜਗ ਸੱਚੇ ਕੀ ਕੋਠੜੀ ਕਿਉਂ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਇੱਕ ਬੋਲ ਹੈ, ਦੇਖੋ ਸਾਹਮਣੇ ਰੱਖ ਕੇ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚਾਲੈ, ਪੈਰ ਨਹੀਂ ਚੱਲ ਰਹੇ ਮੋਹ ਦੇ ਚਿੱਕੜ ਵਿੱਚ, ਹਮ ਦੇਖਾ ਤਹਿ ਡੂਬੀ ਅਲੇ। ਤੇ ਦੂਸਰੀ ਤਰਫ ਉਹੀ ਗੁਰਦੇਵ ਬਖਸ਼ਿਸ਼ ਕਰ ਰਹੇ ਨੇ ਕਿ ਨਦੀ ਤਰੰਦੜੀ, ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ। ਦੇਖੋ ਨਦੀ ਤਰੰਦੜੀ, ਮਹਿੰਡਾ ਖੋਜ ਨਾ ਖੁੰਭੈ। ਮੈਂ ਨਦੀ ਦੇ ਪਾਣੀ ਉੱਪਰ ਚੱਲ ਰਿਹਾ, ਪਰ ਮੇਰੇ ਪੈਰਾਂ ਨੂੰ ਇਹ ਨਦੀ ਦਾ ਪਾਣੀ ਸਪਰਸ਼ ਵੀ ਨਹੀਂ, ਡੋਬਦਾ ਵੀ ਨਹੀਂ ਪਿਆ। ਮੇਰੇ ਪੈਰ ਬਿਲਕੁਲ ਉਸੇ ਤਰ੍ਹਾਂ ਨੇ। ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ। ਮੰਝ ਮੁਹੱਬਤ, ਮੇਰੇ ਸੀਨੇ ਵਿੱਚ ਤੇਰਾ ਪਿਆਰ ਹੈ। ਫਿਰ ਸੁਣਿਓ ਕਿ ਇਹ ਸਰਵਰੜੈ ਭਿਆਨਕ ਸਰੋਵਰ ਉਦੋਂ ਹੈ, ਪਾਣੀ ਪਾਵਕ ਉਦੋਂ ਹੈ, ਅੱਗ ਦੀਆਂ ਲਪਟਾਂ ਜਾਂ ਮੋਹ ਦਾ ਚਿੱਕੜ ਉਦੋਂ ਹੈ ਜਦੋਂ ਸਾਡੇ ਅੰਦਰ ਪਰਮਾਤਮਾ ਦੀ ਮੁਹੱਬਤ ਦੀ ਥਾਂ ਸੰਸਾਰ ਦੀ ਪਦਾਰਥਕ ਮੁਹੱਬਤ ਹੁੰਦੀ ਹੈ, ਵਾਸ਼ਨਾ ਦੀ ਮੁਹੱਬਤ ਹੁੰਦੀ ਹੈ। ਜਿੱਥੇ ਵੀ ਸੱਚ ਇਹ ਵੇ ਕਿ ਪਰਮਾਤਮਾ ਦੀ ਯਾਦ ਭੁੱਲੇਗੀ,
ਉਹ ਚੀਜ਼ ਦੁਖਦਾਈ ਹੈ, ਬਿਨਸਨਕਾਰ ਹੈ, ਉਹ ਸੰਕਟਮਈ ਹੈ। ਇੱਥੇ ਸਾਹਿਬ ਨੇ ਦੇਖੋ ਬੜਾ ਕਲੀਅਰ ਕੀਤਾ, ਕਹਿੰਦੇ ਨੇ ਮੈਂ ਨਦੀ ਤੇ ਸਰੋਵਰ ਤੇ ਚੱਲ ਰਿਹਾ, ਪਰ ਮੇਰੇ ਪੈਰਾਂ ਨੂੰ ਤਾਂ ਪਾਣੀ ਨਹੀਂ ਛੂ ਰਿਹਾ। ਚਿੱਕੜ ਮੈਨੂੰ ਕਿੱਥੇ ਡੋਬੇਗਾ? ਚਿੱਕੜ ਕਿਵੇਂ ਮੈਨੂੰ ਆਪਣੇ ਵਿੱਚ ਤਸਾਏਗਾ? ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤਉ ਸ਼ਹਿ ਚਰਨੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਜਦੋਂ ਮੇਰਾ ਹਿਰਦਾ ਪਾਰ ਬ੍ਰਹਮ ਪਰਮੇਸ਼ਵਰ ਦੀ ਤੁਹਾਡੇ ਚਰਨਾਂ ਨਾਲ ਸੀਤਾ ਗਿਆ, ਪਰੋਤਾ ਗਿਆ। ਸੱਚ ਇਹ ਵਾਹਿਗੁਰੂ ਜੀ, ਮੇਰੇ ਵਾਸਤੇ ਤੇਰੇ ਚਰਨ, ਤੇਰੀ ਮੁਹੱਬਤ, ਇਹ ਤੁਲਹਾ, ਇਹ ਬੇੜੀ, ਇਹ ਨੌਕਾ ਬਣ ਗਈ ਇਸ ਭਿਆਨਕ ਸਰੋਵਰ ਨੂੰ ਤਰਨ ਦੇ ਲਈ। ਦੇਖੋ ਫਿਰ ਬੇਨਤੀ ਹੈ ਕਿ ਇੱਥੇ ਉਹ ਵੀ ਲੋਕ ਧਰਤੀ 'ਚ ਰਹਿ ਕੇ ਗਏ ਜਿਨ੍ਹਾਂ ਨੂੰ ਧਰਤੀ ਦੇ ਬੰਧਨਾਂ ਨੇ ਛੂਹਿਆ ਵੀ ਨਾ, ਜਿਹੜੇ ਬੰਧਨਾਂ ਤੋਂ ਮੁਕਤ ਰਹੇ। ਇਸੇ ਧਰਤੀ ਤੇ ਉਹ ਵੀ ਆਏ ਜਿਹੜੇ ਦਿਨ ਰਾਤ ਕਲਪਦੇ ਰਹੇ। ਇੱਕ ਉਹ ਜਿਹੜੇ ਸਭ ਕੁਝ ਮਾਣਦੇ ਹੋਏ ਬੰਧਨਾਂ ਤੋਂ ਮੁਕਤ, ਇੱਕ ਉਹ ਜਿਹੜੇ ਅੰਦਰੋਂ ਸੁੱਖੇ ਸੱਖੇ, ਸੁੱਕੇ ਰੁੱਖੇ ਸਖਣੇ, ਪਰ ਉਹ ਬੰਧਨਾਂ ਵੀ ਜਕੜੇ ਹੋਏ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਇਹ ਜਗ ਸੱਚੇ ਕੀ ਕੋਠੜੀ ਤਾਂ ਹੈ ਜੇ ਕਰਤਾਰ ਪਰਮਾਤਮਾ ਸਾਈਂ ਚੇਤੇ ਵੇ, ਤੇ ਗੁਰਮੁਖੋ ਜੇ ਕਰਤਾਰ ਚੇਤੇ ਨਹੀਂ ਤੇ ਸੱਚ ਇਹ ਵੇ ਇਹ ਕੂੜ ਸਭ ਸੰਸਾਰ ਹੈ। ਦੂਸਰੀ ਬੇਨਤੀ, ਇੱਕ ਬਚਨ ਸੀ ਹੋਰ ਲੈ ਲੈਨੇ ਆ ਬਾਣੀ 'ਚ। ਹਜ਼ੂਰ ਦਾ ਬਚਨ ਹੈ ਕਿ ਬਾਰ ਵਿਡਾਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀ। ਇਹਦਾ ਅਰਥ ਕਿ ਭਿਆਨਕ ਜੰਗਲ ਹੈ, ਬਗਾਨੀਆਂ ਜੂਹਾਂ ਨੇ ਮੇਰੇ ਕੰਨਾਂ ਦੇ ਵਿੱਚ ਰੋਣ ਦੀ, ਕਲਪਣ ਦੀ, ਖਾਏ ਖਾਏ ਦੀ ਪੁਕਾਰ ਪਈ ਹੈ। ਪਰ ਕਹਿੰਦੇ ਨੇ ਜੰਗਲ ਬੜਾ ਖਤਰਨਾਕ ਹੈ। ਦਾਸ ਕਈ ਵਾਰੀ ਕਹਿੰਦਾ ਬਾਗ ਵਿੱਚ ਲੋਕ ਸੈਰ ਕਰਦੇ ਨੇ, ਪਰ ਜੰਗਲ ਵੀ ਜਾਂਦਿਆਂ ਕਈ ਵਾਰੀ ਸੋਚਦੇ ਨੇ ਕਿਤੇ ਕੋਈ ਜਾਨਵਰ, ਕਿਤੇ ਕੋਈ ਭਿਆਨਕ ਖਤਰਨਾਕ ਚੀਜ਼ ਸਾਡੇ ਤੇ ਹਮਲਾ ਨਾ ਕਰ ਦੇ। ਪਰ ਸਤਿਗੁਰੂ ਕਹਿੰਦੇ ਨੇ ਮੇਰੇ ਲਈ ਤਾਂ ਜੰਗਲ ਵੀ ਬਾਗ ਬਣ ਗਿਆ। ਉਹ ਕਿਵੇਂ ਬਣਿਆ? ਸਾਹਿਬ ਦੇ ਬੋਲ, ਬਾਰ ਵੀ ਡਾਨਣੇ ਖੁਮਸ ਤੁਮਸ ਕੂਕਾਂ ਪਈਆਂ ਰਾਹੀ, ਉੱਥੇ ਤੈ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਜਦੋਂ ਮੇਰੇ ਅੰਦਰ ਦੀ ਡੋਰ, ਅੰਦਰ ਦੀ ਲਿਵ, ਅੰਦਰ ਦੀ ਤਾਰ ਪਰਮਾਤਮਾ ਤੇਰੇ ਚਰਨਾਂ ਜੁੜ ਗਈ, ਉਦੋਂ ਜੰਗਲ ਵੀ ਬਾਗ ਬਣ ਜਾਂਦਾ ਹੈ। ਪਿਆਰਿਓ ਚੇਤੇ ਰੱਖਿਓ, ਸਿਮਰਨ ਹੋਵੇ ਤੇ ਸਮੁੰਦਰ ਜਿਹੜਾ ਨਾ ਤਰਿਆ ਜਾਣ ਵਾਲਾ ਉਹ ਵੀ ਕੁਛ ਨਹੀਂ ਕਹਿੰਦਾ। ਜੇ ਬੰਦਗੀ ਨਹੀਂ, ਜੇ ਸਿਮਰਨ ਹੈ ਤੇ ਸਭ ਕੁਛ, ਜੇ ਬੰਦਗੀ ਨਹੀਂ ਹਰ ਚੀਜ਼ ਖਤਰਨਾਕ। ਆਓ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰ ਲਈ ਮੈਂ ਇੱਕ ਉਦਾਹਰਨ ਦੇਣਾ ਵਾਂ ਕਿ ਸਮਝ ਪੈ ਜਾਏ ਇਹ ਕਦੋਂ ਸੱਚ ਭਾਜਦਾ ਤੇ ਕਦੋਂ ਕੂੜ ਹੈ, ਕਦੋਂ ਸੁਖਦਾਈ ਹੈ ਤੇ ਕਦੋਂ ਦੁਖਦਾਈ ਹੈ, ਕਦੋਂ ਸੰਕਟਮਈ ਹੈ ਤੇ ਕਦੋਂ ਸੰਕਟ ਮੋਚਨ ਨਜ਼ਰ ਆਉਂਦਾ ਹੈ। ਇੱਕ ਉਦਾਹਰਨ ਹੈ, ਮੰਨ ਲਓ ਕਿ ਇੱਕ ਬਹੁਤ ਸੋਹਣਾ ਬਾਗ ਹੈ। ਇਨਸਾਨ ਨੇ ਆਪਣੇ ਹੱਥਾਂ ਨਾਲ ਪੇਡੇ, ਫੁੱਲ, ਫਲ ਜੋ ਵੀ ਇਸ ਬਾਗ ਵਿੱਚ ਨੇ ਆਪਣੇ ਹੱਥੀਂ ਲਵਾਏ ਨੇ। ਬਾਗ ਬੜਾ ਸੋਹਣਾ ਹੈ। ਇੱਕ ਬਜ਼ੁਰਗ ਆਪਣੇ ਬੱਚੇ ਨੂੰ ਲੈ ਕੇ ਉਸ ਬਾਗ ਦੇ ਵਿੱਚ ਸੈਰ ਕਰਨ ਜਾਂਦਾ ਹੈ ਤੇ ਬੱਚਾ ਬੜੇ ਆਨੰਦ ਨਾਲ ਬਜ਼ੁਰਗ ਦੀ ਉਂਗਲ ਪਕੜੀ ਸੈਰ ਕਰ ਰਿਹਾ ਹੈ। ਅਚਨਚੇਤ ਮੰਨ ਲਓ ਕਿ ਕੋਈ ਐਸੋ ਜੀ ਗੱਲ ਬਣ ਜਾਏ, ਉਸ ਬੱਚੇ ਦੀ ਹੱਥ ਬਾਪ ਦੀ ਉਂਗਲ ਤੋਂ, ਬਜ਼ੁਰਗ ਦੀ ਉਂਗਲ ਤੋਂ ਵੱਖ ਹੋ ਜਾਏ। ਯਾਦ ਰੱਖਿਓ, ਥੋੜ੍ਹਾ ਜਿਹਾ ਬੱਚਾ ਅੱਗੇ ਜਾਏ, ਬਜ਼ੁਰਗ ਬਾਗ ਦੇ ਕਿਸੇ ਦੂਜੇ ਪਾਸੇ ਚਲਾ ਜਾਏ, ਉਹੀ ਬੱਚਾ ਆਪਣੇ ਬਾਪ ਦੇ ਬਣੇ ਹੋਏ ਬਾਗ ਵਿੱਚ ਰੋਣ ਲੱਗ ਪਏਗਾ, ਕੁਰਲਾਉਣ ਲੱਗ ਪਏਗਾ। ਪਰ ਬਾਗ ਤਾਂ ਉਹਦੇ ਬਾਪ ਨੇ ਬਣਾਇਆ। ਯਾਦ ਰੱਖੋ, ਜਦੋਂ ਆਪਣੇ ਘਰ ਦੇ ਬਾਗ ਵਿੱਚ ਵੀ ਬੱਚੇ ਦਾ ਹੱਥ ਬਜ਼ੁਰਗ ਦੀ ਉਂਗਲ ਨਾਲੋਂ ਛੁੱਟ ਜਾਏ, ਉਦੋਂ ਆਪਣਾ ਬਾਗ ਵੀ ਡਰਾਵਣਾ, ਰੋਣਾ ਤੇ ਦੁਖਦਾਈ ਭਾਸਦਾ ਹੈ। ਇਹੀ ਬੱਚਾ ਜੇ ਬਜ਼ੁਰਗ ਦੀ ਉਂਗਲ ਪਕੜ ਕੇ ਜੰਗਲ ਵਿੱਚ ਚਲਾ ਜਾਏ ਤੇ ਯਾਦ ਰੱਖਿਓ, ਜੰਗਲ ਵਿੱਚ ਹੱਸਦਾ ਹੱਸਦਾ ਸੈਰ ਕਰਦਾ ਹੈ, ਕਿਉਂਕਿ ਬਜ਼ੁਰਗ ਦੀ ਉਂਗਲ ਹੋਵੇ ਤੇ ਜੰਗਲ ਵੀ ਬਾਗ ਵਰਗੇ ਸੁਖਦਾਈ ਬਣ ਜਾਂਦੇ ਨੇ। ਜੇ ਆਪਣੇ ਬਜ਼ੁਰਗ ਦੀ ਉਂਗਲ ਛੁੱਟ ਜਾਏ ਤੇ ਬਾਗ ਵੀ ਜੰਗਲ ਵਰਗੇ ਦੁਖਦਾਈ ਬਣ ਜਾਂਦੇ ਨੇ। ਸਿਰਫ ਇੱਕ ਬੇਨਤੀ ਹੈ, ਜੇ ਸੰਸਾਰ ਵਿੱਚ ਵਿਚਰਦਿਆਂ ਕਰਤਾਰ ਦੇ ਸਿਮਰਨ ਦੀ ਉਂਗਲ ਪਕੜੀ ਹੈ, ਗੁਰੂ ਦੇ ਸ਼ਬਦ ਦੀ ਉਂਗਲ ਪਕੜੀਏ, ਇਹ ਹਰ ਜੰਗਲ ਦੀ ਡਰਾਵਣੀ ਚੀਜ਼ ਸੰਸਾਰ ਦੀ, ਇਹ ਤੁਹਾਡੇ ਲਈ, ਸਾਡੇ ਲਈ ਸੁਖਦਾਈ ਹੋ ਜਾਏਗੀ। ਜੇ ਪਿਆਰਿਓ ਦੁਨੀਆ ਦਾ ਹਰ ਸੁੱਖ ਭੋਗਦਿਆਂ ਕਰਤਾਰ ਦਾ ਸਿਮਰਨ ਅੰਦਰੋਂ ਚਲਾ ਗਿਆ ਤੇ ਮੈਂ ਬੇਨਤੀ ਕਰਾਂਗਾ ਹਰ ਚੀਜ਼ ਦਿਸਦੀ ਹੋਈ ਦੁਖਦਾਈ ਤੇ ਝੂਠ ਹੋ ਜਾਏਗੀ।
चलो दूसरी एक उदाहरण होर लै लेने आ, यही बच्चे ते बजुर्ग वाले। मेला लगा है, लोग बहुत आए ने, तरह तरह दीयां दुकानां सजियां ने, खिडौणियां दीयां भी दुकानां ने, खाण पीण दीयां दुकानां ने, झूटे ने। एक बच्चा अपने बजुर्ग नाल जांदा है मेले 'ਚ, ਉਹ ਕਿੰਨਾ ਖੁਸ਼ੀ ਨਾਲ ਹਰ ਦੁਕਾਨ ਨੂੰ ਦੇਖਦਾ, ਹਰ ਚੀਜ਼ ਨੂੰ ਦੇਖਦਾ। ਮੰਨ ਲਓ ਪਿੱਛੋਂ ਕਿਤੇ ਜ਼ੋਰ ਦਾ ਧੱਕਾ ਲੱਗੇ ਤੇ ਉਸ ਬਜ਼ੁਰਗ ਨਾਲ ਉਹ ਬੱਚਾ ਵਿਛੜ ਜਾਏ, ਉਸ ਧੱਕੇ ਕਰਕੇ ਬੱਚਾ ਵੱਖ ਹੋ ਜਾਏ, ਬਜ਼ੁਰਗ ਵੱਖ ਹੋ ਜਾਏ। ਤੁਸੀਂ ਦੇਖਿਓ ਜਿਹੜਾ ਬੱਚਾ ਕੁਝ ਪੈਰ ਪਹਿਲਾਂ ਦੁਕਾਨਾਂ ਅੱਗੇ ਹੱਸਦਾ ਸੀ, ਖੇਡਦਾ ਸੀ, ਇੱਕੋ ਦਮ ਹੱਥ 'ਚ ਪਕੜੇ ਹੋਏ ਖਿਡੌਣੇ ਤੇ ਬੱਚਾ ਉੱਚੀ ਉੱਚੀ ਰੋਈ ਜਾਂਦਾ। ਉਹਨੂੰ ਖਿਡੌਣੇ ਵੀ ਚੰਗੇ ਨਹੀਂ ਲੱਗ ਰਹੇ, ਕਿਉਂਕਿ ਉਹਦੀ ਬਜ਼ੁਰਗ ਨਾਲੋਂ ਉਹਦੀ ਵਿੱਥ ਪੈ ਗਈ। ਮੈਂ ਬੇਨਤੀ ਕਰਾਂਗਾ, ਸੰਸਾਰ ਇੱਕ ਮੇਲਾ ਜੇ, ਇਹ ਮੇਲਾ ਵੀ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਕਰਤਾਰ ਪਰਮਾਤਮਾ ਵਾਹਿਗੁਰੂ ਦੀ ਉਂਗਲ ਪਕੜੀ ਹੈ। ਜਿਸ ਵਕਤ ਮਾਇਆ ਦੇ ਜ਼ੋਰ ਧੱਕੇ ਨੇ ਕਿਤੇ ਉਂਗਲ ਸਾਡੇ ਅੰਦਰ ਅਵੇਸਲਾਪਣ ਪੈਦਾ ਕਰ ਦਿੱਤਾ, ਸਾਰੇ ਖਿਡੌਣੇ ਹੋਣ ਦੇ ਬਾਵਜੂਦ ਬਜ਼ੁਰਗ ਕੋਲ ਨਾ ਹੋਵੇ ਤੇ ਬੱਚਾ ਭੁੱਬਾਂ ਮਾਰ ਕੇ ਰੋਂਦਾ ਹੈ। ਸਾਰੇ ਦੇ ਦੁਨੀਆ ਦੇ ਸੁੱਖ ਕੋਲ ਹੋਣ, ਸਹੂਲਤਾਂ ਕੋਲ ਹੋਣ, ਜੇ ਕਰਤਾਰ ਦੀ ਯਾਦ ਪਿਆਰਿਓ ਹਿਰਦੇ ਵਿੱਚੋਂ ਵਿਸਰ ਜਾਏ ਤੇ ਸੱਚ ਇਹ ਜੇ ਕਿ ਆਹ ਸੰਸਾਰ ਮੇਲਾ ਵੀ ਰੋਣ ਵਰਗਾ ਬਣ ਜਾਂਦਾ ਹੈ, ਦੁਖਦਾਈ ਹੈ। ਦਾਸ ਨੇ ਇਸੇ ਦੀ ਵਿਆਖਿਆ ਲਈ ਇੱਕ ਵਾਰ ਅਰਜ਼ ਕੀਤੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਅਸੀਂ ਪੜ੍ਹੀਏ। ਮੈਂ ਸ਼ਲੋਕ ਦੇ ਅਰਥ ਕਰਨ ਤੋਂ ਪਹਿਲਾਂ, ਕਿਉਂਕਿ ਇੱਥੇ ਜ਼ੈਬ ਨੇ ਕਿਹਾ ਕੂੜ ਕੂੜੈ ਨਿਹੋਂ ਲੱਗਾ ਵਿਸਰਿਆ ਕਰਤਾਰ। ਕਰਤਾਰ ਵਿਸਰ ਜਾਏ ਤੇ ਝੂਠ ਝੂਠੇ ਨੂੰ ਪਿਆਰ ਕਰਦਾ। ਇੱਕ ਸਵਾਲ ਉੱਠੇਗਾ, ਕੀ ਇਹ ਸੰਸਾਰ 'ਚ ਜੋ ਕੁਝ ਸਾਨੂੰ ਗ੍ਰਸਤ ਵਿੱਚ ਪ੍ਰਾਪਤ ਹੈ, ਇਹ ਇਸ ਨੂੰ ਕੂੜ ਜਾਣ ਕੇ ਤਿਆਗ ਦੇਣਾ ਚਾਹੀਦਾ? ਕੀ ਇਨਸਾਨ ਨੂੰ ਕਿਰਤ ਨਹੀਂ ਕਰਨੀ ਚਾਹੀਦੀ? ਕਿ ਜਿਵੇਂ ਕੂੜ ਮਿੱਠਾ, ਕੂੜ ਮਾਖਿਓ ਜਾਂ ਕੂੜ ਮੀਆਂ, ਕੂੜ ਬੀਬੀ ਅੱਗੇ ਅਰਥ ਕਰਨੇ ਨੇ, ਕਿ ਪਤੀ ਪਤਨੀ ਦਾ ਰਿਸ਼ਤਾ ਨਹੀਂ ਚਾਹੀਦਾ? ਕਿ ਸੰਸਾਰ ਦੇ ਪਦਾਰਥ ਤਨ ਤੇ ਕੱਪੜਾ ਨਹੀਂ ਪਹਿਨਣਾ ਚਾਹੀਦਾ? ਮੈਂ ਸਿਰਫ ਇਹ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵਿਚਾਰ ਤੋਂ, ਇਸ ਸ਼ਲੋਕ ਨੂੰ ਵਾਚਨ ਤੋਂ ਪਹਿਲਾਂ, ਕਿ ਸਮਝੀਏ ਇਸ ਗੱਲ ਨੂੰ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ, ਸ੍ਰੀ ਰਾਗ ਦਾ ਪਹਿਲਾ ਸ਼ਬਦ ਆਪ ਜੀ ਪੜ੍ਹੋ। ਉਹ ਸ਼ਬਦ ਵਿੱਚ 4 ਪਦੇ ਨੇ, ਚਾਰਾਂ ਪਦਿਆਂ ਦੀ ਸੰਪੂਰਨਤਾ ਇੱਕ ਤੁਕ ਤੇ ਹੁੰਦੀ ਹੈ। 2 ਉਹਦੇ ਵਿੱਚ ਰਹਾਉ ਦੀਆਂ ਤੁਕਾਂ ਨੇ, ਰਹਾਉ ਦੇ ਪਦ ਦੇ ਵਿੱਚ। ਉਹਦੇ ਵਿੱਚ ਸਤਿਗੁਰੂ ਨੇ 4 ਗੱਲਾਂ ਦਾ ਜ਼ਿਕਰ ਕੀਤਾ ਹੈ। ਇੱਕ ਦਾਮ, ਦੂਸਰਾ ਚਾਮ, ਤੀਸਰਾ ਕਾਮ ਤੇ ਚੌਥਾ ਨਾਮ। ਫਿਰ ਬੇਨਤੀ ਸੁਣਿਓ, ਇੱਕ ਦਾਮ, ਦੂਸਰਾ ਚਾਮ, ਤੀਸਰਾ ਕਾਮ ਤੇ ਚੌਥਾ ਨਾਮ। ਹੁਣ ਚਾਮ, ਦਾਮ, ਨਾਮ ਔਰ ਕਾਮ ਇਹ ਚੀਜ਼ ਕੀ ਹੈ? ਸੱਚ ਇਹ ਵੇ ਦਾਮ ਦਾ ਅਰਥ ਹੈ ਦਮੜੀ। ਜਦੋਂ ਇਨਸਾਨ ਦੇ ਕੋਲ ਦੌਲਤ, ਧਨ, ਪੈਸਾ ਆਉਂਦਾ, ਦਮੜੀ ਆਉਂਦੀ ਹੈ, ਦਮੜੇ ਵੇਖ ਕੇ ਵੀ ਕਈ ਵਾਰੀ ਪਰਮਾਤਮਾ ਦਾ ਕਮੜਾ ਭੁੱਲ ਜਾਂਦਾ ਹੈ, ਵਾਹਿਗੁਰੂ ਦੀ ਯਾਦ ਭੁੱਲ ਜਾਂਦੀ ਹੈ। ਦੂਸਰੇ ਪਾਸੇ ਚਾਮ, ਸਭ ਤੋਂ ਜ਼ਿਆਦਾ ਅਸਰ ਇਨਸਾਨੀ ਮਨ ਦੇ ਉੱਪਰ ਇਹ ਉਮਰ ਨਹੀਂ ਦੇਖਦਾ, ਇਹ ਸਿਆਣਪ ਨਹੀਂ ਦੇਖਦਾ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਕਈ ਵਾਰੀ ਇਹ ਬਿਰਤੀ ਜਿਹੜੀ ਹੈ ਕਿ ਇਨਸਾਨ ਦੇ ਸੱਚ ਇਹ ਵੇ ਕਿ ਰਿਸ਼ਤੇ ਨੂੰ ਹੀ ਭੁਲਾ ਦਿੰਦੀ ਹੈ, ਇਹ ਰਿਸ਼ਤਾ ਵੀ ਨਹੀਂ ਦੇਖਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ ਕਿ 6ਵੇਂ ਕਾਮ ਨਾ ਪੁੱਛੈ ਜ਼ਾਤ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਦਾਮ, ਦੂਸਰਾ ਚਾਮ, ਚਮੜੀ ਨੂੰ ਦੇਖ ਕੇ ਆਕਰਸ਼ਿਤ ਹੋ ਜਾਣਾ। ਤੀਸਰਾ ਸ਼ਬਦ ਹੈ ਕਿ ਕਾਮ, ਅੰਦਰ ਕਾਮਨਾਵਾਂ ਪੈਦਾ ਹੋਣੀਆਂ, ਉਹ ਭਾਵੇਂ ਸੰਸਾਰੀ ਹੋਣ, ਕਾਮਨਾਵਾਂ ਪੈਦਾ ਹੋਣੀਆਂ। ਤੇ ਚੌਥੀ ਬਿਰਤੀ ਹੈ ਕਿ ਮੇਰਾ ਨਾਮ, ਮੇਰੀ ਵਡਿਆਈ ਹੋਵੇ। ਮੈਂ ਤੁਹਾਨੂੰ ਤਾਂ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਜੀ ਨੇ ਦਾਮ ਨੂੰ ਸਵੀਕਾਰ ਕੀਤਾ ਹੈ, ਪਰ ਕਰਤਾਰ ਨਾ ਵਿਸਰੇ। ਗ੍ਰਸਤ ਵਿੱਚ ਪਰਿਵਾਰ ਨੂੰ, ਪਤਨੀ ਨੂੰ, ਬੱਚਿਆਂ ਨੂੰ ਸਵੀਕਾਰ ਕੀਤਾ ਹੈ ਕਿ ਪਰਮਾਤਮਾ ਨਾ ਵਿਸਰੇ। ਸੱਚ ਇਹ ਵੇ ਸਮਾਧੀ ਨੂੰ ਸੰਸਾਰ ਦੀਆਂ ਇੱਛਾਵਾਂ ਦੀ ਪੂਰਤੀ ਲਈ ਸਵੀਕਾਰ ਕੀਤਾ ਗਿਆ ਹੈ, ਪਰ ਸਭ ਤੋਂ ਵੱਡੀ ਪ੍ਰਬਲ ਇੱਛਾ ਪਰਮਾਤਮਾ ਦੀ ਪ੍ਰਾਪਤੀ। ਨਾਮਨੇ ਨੂੰ, ਬਾਦਸ਼ਾਹਤ ਨੂੰ ਸਵੀਕਾਰ ਕੀਤਾ ਗਿਆ ਹੈ, ਪਰਮਾਤਮਾ ਦੀ ਯਾਦ ਹਿਰਦੇ 'ਚ ਰੱਖੇ। ਮਹਾਰਾਜ ਜੀ ਦੇ ਬਚਨ ਅਸੀਂ ਸ੍ਰੀ ਰਾਗ 'ਚ ਪੜ੍ਹਨੇ ਹਾਂ, ਉਹ ਬੜਾ ਕਲੀਅਰ ਕਰਨਗੇ ਕਿ ਕਦੋਂ ਇਹ ਚੀਜ਼ ਝੂਠ ਬਣਦੀ ਹੈ। ਜਿਵੇਂ ਸਤਿਗੁਰੂ ਦੇ ਬੋਲ ਨੇ ਕਿ ਮੋਤੀ ਤਾਂ ਮੰਦਰ ਉਸਰੈ,
रत्नी ताको है जड़ाओ, कस्तूर कुंगू अगर चंदन, लीप आवे चाओ, मत देख भूला विसरै। करतार ना विसरे ते फिर जग सच्चे की कोठड़ी है, करतार ना विसरे ते फिर सच्चे खंड सच्चे ब्रह्मांड है। मोती ता मंदर उसरै, रत्नी ताको है जड़ाओ, कस्तूर कुंगू अगर चंदन, लीप आवे चाओ, मत देख भूला विसरै, तेरा चित ना आवे नाओ। सतगुरु कहते हैं कि पार ब्रह्म परमेश्वर जे घर भी मोतियां दे बने होण, ਉਹਦੇ ਉੱਪਰ ਰਤਨ ਜੜੇ ਹੋਣ, ਚੰਦਨ ਦਾ ਲੇਪਣ ਹੋਵੇ, ਜ਼ਮੀਨ ਦੇ ਉੱਪਰ ਵੀ ਕੀਮਤੀ ਪੱਥਰ ਲੱਗਾ ਹੋਵੇ, ਜੇ ਉਸ ਘਰ ਵਿੱਚ ਵਰਦਿਆਂ ਤੇਰੀ ਯਾਦ ਵਿਸਰ ਜਾਏ, ਫਿਰ ਕੂੜ ਮੰਡਪ ਕੂੜ ਮਾੜੀ ਹੈ। ਤੇ ਜੇ ਪਰਮਾਤਮਾ ਉਸ ਘਰ 'ਚ ਵੜ ਕੇ ਤੇਰੀ ਸਿਫਤ ਚੇਤੇ ਰਹੇ, ਤੇ ਤੇਰਾ ਦਿੱਤਾ ਹੋਇਆ ਉੱਚਾ ਮਹਿਲ ਵੀ ਪ੍ਰਵਾਨ ਹੈ। ਸਤਿਗੁਰੂ ਦੇ ਬੋਲ, ਪਹਿਲਾ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਖੋਹੇ ਜੜਾਓ, कस्तूर कंगू अगर चंदन, लीप आवे चाओ, मत देख भूला विसरै, तेरा चेतना आवे नाओ। अगले बच्चे ने कदों कूड़ हुंदा, हर बिन जियो जल बल जाओ। परमात्मा दे नाम तो बिना अंदर सड़दा तड़पदा है। मैं अपना गुरु पूछ देखिया, अवर ना ही थां रहाओ। अगे साहब दे बचन ने, धरती तां हीरे लाल जड़ती, इन्ना कुछ हीरे लाल मोती, तेरी जमीन भी जड़ी होवे कीमती रत्ना नाल। पलंग लाल जड़ाओ, जिस पलंग ते तू पैना वो पलंग भी कीमती लालां नाल जड़िया होवे। धरती तां हीरे लाल जड़ती, पलंग लाल जड़ाओ, मोहनी मुख मणि सो है। तेरा जीवन साथी में शब्द वरत्या चाम, गृहस्थ वास्ते ओनू परमात्मा इन्ना कुछ सुहापण देवे, ओदा मत्था इस तरह चमके जिमें मानो कीमती मणि किते रात नूं चमकदी होवे। मणि महाराज जी कहते इन्नी सुंदरता कोल होवे। फिर बेनती कि धरती तां हीरे लाल जड़ती, पलंग लाल जड़ाओ, मोहनी मुख मणि सोहै, करै रंग पछाओ। महाराज कहते मत देख भूला विसरै, तेनू करतार ना भुले, परमात्मा ना भुले, ते वो गृहस्थ भी स्वीकार। मत देख भूला विसरै, तेरा चित ना आवे नाओ। मैं इत्थे एक छोटी जी उदाहरण दे देना। मैनू याद है कि बाबा फरीद साहब, उन्हां बारे कुछ विद्वानां दा ये मत है, कुछ इहदे नाल सहमत भी नहीं, कि वक्त दा बादशाह गियासुद्दीन बलबन, उन्हें बाबा फरीद साहब जी दे दर्शन किए। जदों हज़रत ख्वाजा बख्तियार काकी साहब चलाना कर गए, तो बाबा फरीद साहब लिए इशारा कर गए, मेरा मुसल्ला, मेरा लोटा, मेरी छोटा सारा फरीद नूं दे देना। फरीद जी, बाबा फरीद साहब मसूद शक्करगंज आए। गियासुद्दीन बलबन उन्हां नूं देखण वास्ते आया। उन्हें फकीर दे दरवेश दे दीदार कीते, गदगद हो गया, मन प्रसन्न हो गया। उन्हें अपने महल विच जाके इस फकीर दी, इस दरवेश दी सिफत तो सलाह की भी कमाल दा दरवेश। गियासुद्दीन बलबल दे परिवार विचों औरतां ने उस फकीर दे दीदार करन दी तलब इच्छा जाहिर की। गियासुद्दीन बलबल ने सुनेहा भेज के बाबा फरीद साहब नूं अपने महल दे विच बुलाया। कहते सारे नेक वक्त औरतां ने उन्हां दे दीदार कीते, उन्हां नूं देखिया, पर एक शहजादी उन्हें देखिया पर इस तरह खलोगी जिवें पत्थर की तरह है। ਉਹਦੇ अपना आप भुल गया इस दरवेश नूं देख के। बाबा फरीद साहब चले गए। गियासुद्दीन बलबन ने अपनी उस शहजादी का रिश्ता बाबा फरीद साहब वास्ते भेजिया, जो क्या जाता है। कहते बाबा फरीद ने उस रिश्ते नूं स्वीकार किया, निकाह हो गया। आखिर बादशाह की धी है, एक दरवेश फकीर दे नाल विआहेगी। जदों वो निकाह तो बाद अपने टिकाणे ते, अपने डेरे ते, अपने मुकाम ते आए, बाबा फरीद साहब सारा दिन दरवेशां नाल, विद्यार्थियों नाल रब दा विरद, परमात्मा दा जिक्र करते रहे। जदों वापस घर आए, रात वो पलंग ऊपर लेटे नहीं, जमीन ते मुसल्ला बिछा अल्लाह की इबादत भी जुड़े रहे। दूसरी रात, तीसरी रात वापरिया, उस शहजादी ने फरीद साहब बाबा जी नूं हथ जोड़ के
ਇਹ ਅਰਜ਼ ਕੀਤੀ, ਇਸ ਬਾਂਦੀ ਤੋਂ ਕੀ ਗੁਸਤਾਖੀ ਹੋ ਗਈ ਕਿ ਮੇਰੇ ਬਾਪ ਨੇ, ਮੇਰੇ ਪਿਤਾ ਨੇ ਜਾਂ ਮੇਰੇ ਅੱਬਾ ਨੇ ਇੱਕ ਫਕੀਰ ਦੇ ਲੜ ਲਾਇਆ ਮੈਨੂੰ, ਮੇਰੇ ਤੋਂ ਕੋਈ ਗੁਸਤਾਖੀ ਹੋ ਗਈ ਹੋਵੇ। ਉਸ ਵਕਤ ਬਾਬਾ ਜੀ ਦੇ ਬਚਨ ਚੇਤੇ ਰੱਖਣ ਵਾਲੇ ਨੇ ਕਹਿਣ ਲੱਗੇ, ਦੇਖ ਤੂੰ ਮੇਰੇ ਨਾਲ, ਤੇਰਾ ਨਿਕਾਹ ਹੋਇਆ ਹੈ, ਮੈਂ 3 ਰਾਤਾਂ ਹੋ ਗਈਆਂ ਆਇਆ, ਸਪਰਸ਼ ਤਾਂ ਇਸ ਕਰਕੇ ਨਹੀਂ ਕਿਉਂਕਿ ਤੂੰ ਬਾਦਸ਼ਾਹ ਦੀ ਬੇਟੀ ਹੈ, ਤੂੰ ਸ਼ਹਿਜ਼ਾਦੀ ਹੈ, ਸੁੱਖ ਵਿੱਚ ਪਲੀ ਹੈ। ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਂ ਦਰਵੇਸ਼ ਰੱਬ ਤੋਂ ਬਿਨਾ ਕਿਸੇ ਦੀ ਮੁਤਾਜੀ ਨਹੀਂ ਕਰਦਾ। ਜੇ ਮੇਰੇ ਨਾਲ ਜ਼ਿੰਦਗੀ ਬਤੀਤ ਕਰਨੀ ਹੋਵੇਗੀ ਤੇ ਸਾਜ਼ੋ ਸਮਾਨ ਜਿਹੜੇ ਦ੍ਰਿਸ਼ਟਮਾਨ ਜਿਨ੍ਹਾਂ 'ਚ ਖਚਤ ਹੈ ਉਹਨਾਂ ਨੂੰ ਤਿਆਗ ਕੇ ਕੇਵਲ ਪਰਮਾਤਮਾ ਦੀ ਇਬਾਦਤ ਵਿੱਚ ਜੁੜਨਾ ਹੋਵੇਗਾ। ਸੱਚਮੁੱਚ ਉਸ ਔਰਤ ਨੇ ਸਾਰੀ ਜ਼ਿੰਦਗੀ ਉਸ ਦਰਵੇਸ਼ ਦੇ ਨਾਲ ਦੁਨੀਆ ਦੇ ਸੁੱਖ ਨੂੰ ਭੁਲਾ ਕੇ ਕੇਵਲ ਕਰਤਾਰ ਦੀ ਯਾਦ ਵੀ ਜੁੜੀ ਰਹੀ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਕਿ ਪਰਮਾਤਮਾ ਦਾਮ ਦੇਵੇ ਤੇ ਤਾਂ ਵੀ ਕਰਤਾਰ ਵਿਸਰੇ ਨਾ, ਚਾਮ ਦੀ ਨਜ਼ਦੀਕਤਾ ਹੋਵੇ ਤੇ ਤਾਂ ਵੀ ਕਰਤਾਰ ਵਿਸਰੇ ਨਾ। ਇਸੇ ਨੂੰ ਸਾਹਿਬ ਨੇ ਬਾਣੀ 'ਚ ਕਿਹਾ ਹੈ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੈ ਰੰਗ ਪਛਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਤੀਸਰਾ ਬਚਨ ਹੈ ਕਾਮਨਾਮਾ। ਮੈਂ ਲਫ਼ਜ਼ ਕਾਮ ਦੇ ਅਰਥ ਵਿਸ਼ੇ ਵਾਲੇ ਨਹੀਂ ਕੀਤੇ। ਕਾਮਨਾਮਾ, ਕਾਮਨਾ ਕਦੀ ਬੰਦੇ ਦੀ ਸ਼ਾਂਤ ਨਹੀਂ ਹੁੰਦੀ। ਇਹ ਸੱਚ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜਿਵੇਂ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ, ਕਦੀ ਸਾਰੀਆਂ ਲਹਿਰਾਂ ਇੱਕੋ ਦਮ ਸ਼ਾਂਤ ਹੁੰਦੀਆਂ ਨੇ। ਜਦੋਂ ਲਹਿਰ ਉੱਠਦੀ ਹੈ ਇੱਕ ਸ਼ਾਂਤ ਹੁੰਦੀ ਹੈ, ਦੂਜੀ ਉਸ ਤੋਂ ਵੱਡੀ ਉੱਠ ਪੈਂਦੀ, ਤੀਸਰੀ ਉਸ ਤੋਂ ਵੱਡੀ ਉੱਠਦੀ ਹੈ। ਸੱਚ ਇਹ ਜੇ ਬੰਦੇ ਦੀਆਂ ਸੰਸਾਰ ਦੀਆਂ ਇੱਛਾਵਾਂ, ਕਾਮਨਾਵਾਂ ਸਮੁੰਦਰ ਦੀਆਂ ਤਰੰਗਾਂ ਦੀ ਤਰ੍ਹਾਂ, ਲਹਿਰਾਂ ਦੀ ਤਰ੍ਹਾਂ ਨੇ, ਇੱਕ ਦੀ ਪ੍ਰਾਪਤੀ ਹੁੰਦੀ, ਦੂਜੀ ਹੋਰ ਜਨਮ ਲੈ ਲੈਂਦੀ। ਸਤਿਗੁਰੂ ਨੇ ਕਿਹਾ ਕਈ ਵਾਰੀ ਇਨਸਾਨ ਅਧਿਆਤਮਕਤਾ ਦੇ ਰਸਤੇ 'ਤੇ ਚੱਲਦਾ ਹੋਇਆ, ਪਰਮਾਤਮਾ ਦੀ ਗੱਲ ਕਰਦਾ ਹੋਇਆ, ਉਹ ਵੀ ਰਸਤੇ ਵਿੱਚ ਕਰਤਾਰ ਨੂੰ ਵਿਸਰ ਜਾਂਦਾ ਹੈ। ਮਹਾਰਾਜ ਉਹ ਕਿਵੇਂ? ਕਹਿੰਦੇ ਜਦੋਂ ਅੰਦਰ ਦੀ ਸ਼ਕਤੀ ਇਕਾਗਰਤਾ ਆ ਜਾਏ, ਅੰਤਰਯਾਮਤਾ ਆ ਜਾਏ, ਲੋਕਾਂ 'ਚ ਪ੍ਰਭਾਵ ਬਣ ਜਾਏ, ਸੰਸਾਰ ਦਾ ਕਾਫਲਾ ਪਿੱਛੇ ਤੁਰਨ ਲੱਗ ਪਏ, ਕਈ ਵਾਰੀ ਉਦੋਂ ਬੰਦਾ ਖੁਦ ਰੱਬ ਬਣ ਜਾਂਦਾ, ਰੱਬ ਨੂੰ ਵਿਸਾਰ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਕਾਮਨਾਵਾਂ ਹੋਣ ਪਰ ਸਾਈਂ ਦੀ ਯਾਦ ਨਾ ਵਿਸਰੇ ਤੈਨੂੰ। ਇਹ ਤੀਸਰਾ ਬਚਨ ਹੈ ਮਹਾਰਾਜ ਜੀ ਦਾ ਕਿ ਸਿੱਧ ਖੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ। ਇੰਨਾ ਵੱਡਾ ਸਿੱਧ ਹੋ ਜਾ, ਮੈਂ ਪ੍ਰਗਟ ਵੀ ਹੋ ਜਾ, ਗੁਪਤ ਵੀ ਹੋ ਜਾ, ਪਰ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਕਿਤੇ ਪਰਮਾਤਮਾ ਰੱਬ ਜੀ ਤੇਰੀ ਯਾਦ ਨਾ ਵਿਸਰ ਜਾਏ। ਚੌਥਾ ਬਚਨ ਗੁਰਦੇਵ ਦਾ ਹੈ ਕਿ ਜੇਕਰ ਕੋਈ ਬਾਦਸ਼ਾਹ ਬਣ ਜਾਏ, ਕਿਉਂਕਿ ਇਹਦੀ ਸ਼ੁਰੂਆਤ ਹੈ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤੇ ਮੈਂ ਜ਼ਿਆਦਾ ਟਾਈਮ ਇਸ ਕਰਕੇ ਲਾਇਆ ਹੈ ਇਹ ਸਮਝ ਪੈ ਜਾਏ ਜੇ ਕੂੜ ਸੰਸਾਰ ਹੈ ਫਿਰ ਜਗ ਸੱਚੇ ਕੀ ਕੋਠੜੀ ਕਿਉਂ ਹੈ। ਅੱਜ ਤੱਕ ਸਿਰ ਮੈਂ ਇਹੀ ਬੋਲ ਰਿਹਾ। ਦੇਖੋ ਸਤਿਗੁਰੂ ਕਹਿੰਦੇ ਨੇ ਕਿ ਬਾਦਸ਼ਾਹ ਬਣ ਜਾਵਾਂ, ਫੌਜਾਂ ਕੋਲ ਹੋਣ, ਰਾਜ ਭਾਗ ਹੋਵੇ, ਇੱਕ ਹੁਕਮ ਨੂੰ ਮੰਨਣ ਵਾਲੇ ਲੱਖਾਂ ਲੋਕ ਹੋਣ, ਪਰ ਪਰਮਾਤਮਾ ਇੰਨਾ ਕੁਝ ਰਾਜ ਭਾਗ ਲੈ ਕੇ ਤੇਰੀ ਯਾਦ ਨਾ ਵਿਸਰੇ। ਬੇਨਤੀ ਹੈ ਸਾਹਿਬ ਦੇ ਬੋਲਨੇ, ਸੁਲਤਾਨ ਖੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਪਰਮਾਤਮਾ ਤੇਰੀ ਯਾਦ ਨਾ ਵਿਸਰ ਜਾਏ। ਖੈਰ ਹੁਣ ਤੱਕ ਦੀ ਜਿਹੜੀ ਵਿਚਾਰ ਸੀ ਉਹ ਸਿਰਫ ਇੱਕ ਬਿੰਦੂ ਤੇ ਕੇਂਦਰਿਤ ਹੈ ਕਿ ਜਦੋਂ ਕਰਤਾਰ ਵਿਸਰ ਜਾਏਗਾ ਸੰਸਾਰ ਝੂਠਾ ਹੈ। ਜਦੋਂ ਕਰਤਾਰ ਯਾਦ ਆਉਂਦਾ ਹੈ ਫਿਰ ਸੱਚਮੁੱਚ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਸਤਿਗੁਰਾਂ ਨੇ ਜਿਹੜਾ ਅੱਜ ਵਿਚਾਰ ਵਾਲਾ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ, ਇਸ ਦੀਆਂ ਪਹਿਲੀਆਂ ਤੁਕਾਂ ਨੇ ਕਿ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਪਰ ਇਸ ਸ਼ਲੋਕ ਦੇ ਅਰਥ ਕਰਦਿਆਂ ਮੈਂ ਫਿਰ ਅਰਜ਼ ਕਰਾਂਗਾ, ਅਖੀਰ ਵਾਲੀ ਤੁਕ ਨੂੰ ਨਾਲ ਲੈ ਕੇ ਹਰ ਤੁਕ ਦੇ ਚੱਲਾਂਗੇ ਤਾਂ ਅਰਥ ਹੋਣਗੇ। ਅਖੀਰ ਵਾਲੀ ਤੁਕ ਹੈ ਕਿ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਇਹਦੇ ਅਰਥ ਪਹਿਲਾਂ ਕਰਨਗੇ। ਇਹਦਾ ਅਰਥ ਕਿ ਗੁਰੂ ਨਾਨਕ ਸਾਹਿਬ ਵਖਾਣੇ ਦਾ ਅਰਥੇ ਬੋਲਦੇ ਨੇ
ਬੇਨਤੀ ਕਰਦੇ ਨੇ, ਪ੍ਰਭੂ ਅਸਲ 'ਚ ਜਿਹਨੂੰ ਮੈਂ ਕੂੜ ਕਹਿਣ ਲੱਗਾ, ਰਾਜਾ ਨੂੰ, ਪਰਜਾ ਨੂੰ, ਮੰਡਪ ਨੂੰ, ਮਾੜੀਆਂ ਨੂੰ, ਰੂਪ ਨੂੰ, ਕੱਪੜਿਆਂ ਨੂੰ, ਮੀਆਂ ਨੂੰ, ਬੀਬੀ ਨੂੰ, ਇਹ ਇਸ ਕਰਕੇ ਮੈਂ ਕਹਿਣ ਲੱਗਾ ਕਿ ਮੈਂ ਬੇਨਤੀ ਕਰ ਰਿਹਾ, ਵਾਹਿਗੁਰੂ ਜੀ, ਤੁਧ ਬਾਜ ਕੂੜੋ ਕੂੜ, ਜਿੱਥੇ ਆ ਕੇ ਤੂੰ ਨਹੀਂ, ਤੇਰੀ ਯਾਦ ਨਹੀਂ, ਹਰ ਚੀਜ਼ ਜਿਹੜੀ ਉਹ ਝੂਠ ਹੈ, ਉਹ ਕੂੜ ਹੈ। ਸਤਿਗੁਰੂ ਨੇ ਇੱਥੇ ਸ਼ੁਰੂ ਕਰੀਏ, ਤੁਧ ਬਾਜ ਕੂੜੋ ਕੂੜ। ਤੁਧ ਬਾਜ ਕੂੜ ਰਾਜਾ। ਇਹ ਨਹੀਂ ਕਿ ਆਪਾਂ ਬਾਣੀ ਦੇ ਤੁਕਾਂ ਬਦਲ ਰਹੇ ਹਾਂ, ਕਿਉਂਕਿ ਅਰਥ ਕਰਨ ਲਈ ਜ਼ਰੂਰੀ ਹੈ ਇਹ ਸਮਝਣਾ, ਤੁਧ ਬਾਜ ਲਫ਼ਜ਼ ਇਸ ਸਲੋਕ ਵਿੱਚ ਬੜੇ ਗਹਿਰੇ ਅਰਥ ਰੱਖਦਾ। ਤੁਧ ਬਾਜ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਰਾਜਾ ਵੀ ਝੂਠ ਹੈ, ਅਸਤ ਹੈ, ਇਹਨੇ ਵੀ ਇੱਕ ਦਿਨ ਬਿਨਸ ਜਾਣਾ ਹੈ। ਜਿਹੜੀ ਪਰਜਾ ਉਸ ਰਾਜੇ ਦੇ ਅਧੀਨ ਹੈ, ਉਹਦੇ ਹੁਕਮ ਨੂੰ ਮੰਨ ਰਹੀ ਹੈ, ਉਸ ਰਾਜਾ ਨੇ, ਉਸ ਪਰਜਾ ਨੇ ਵੀ ਇੱਕ ਦਿਨ ਬਿਨਸ ਜਾਣਾ ਹੈ। ਮਹਾਰਾਜ ਕਹਿੰਦੇ ਕੂੜ ਸਭ ਸੰਸਾਰ, ਜਿਹੜਾ ਦ੍ਰਿਸ਼ਟਮਾਨ ਦਿਸ ਰਿਹਾ ਹੈ, ਇਸ ਸੰਸਾਰ ਨੇ ਵੀ ਇੱਕ ਦਿਨ ਬਿਨਸ ਜਾਣਾ। ਇਹ ਅਸਤ ਹੈ, ਇਹ ਸੱਚ ਨਹੀਂ। ਕੂੜ ਮੰਡਪ, ਜਿਹੜੇ ਵੱਡੇ ਵੱਡੇ ਸ਼ਾਮਾਨ ਨੇ ਮੰਡਪ ਲਾਏ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਨੇ ਕੂੜ ਮਾੜੀ, ਜਿਹੜੇ ਉੱਚੇ ਉੱਚੇ ਮਹਿਲ ਨੇ, ਮਹਿਲ ਮਾੜੀਆਂ ਨੇ। ਕੂੜ ਬੈਸਣਹਾਰ, ਇਸ ਮਹੱਲ ਵਿੱਚ ਜਿਹੜੇ ਬੈਸਣਹਾਰ ਬਹਿਣ ਵਾਲੇ ਨੇ, ਸੱਚ ਇਹ ਵੀ ਉਹ ਕੂੜ ਨੇ, ਉਹਨਾਂ ਵੀ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਇਹ ਪਹਿਲੀਆਂ ਦੋ ਤੁਕਾਂ ਨੇ। ਇਹਨਾਂ ਦਾ ਥੋੜ੍ਹਾ ਜਿਹਾ ਅਸੀਂ ਵੇਰਵਾ ਬਾਣੀ 'ਚੋਂ ਲੈ ਲਈਏ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਕਿਸੇ ਨੂੰ ਰਾਜ ਮਿਲਦਾ ਹੈ, ਦੇਖੋ ਇਹ ਸਮਝਾਉਣ ਵਾਸਤੇ, ਕਿਉਂਕਿ ਰਾਜਾ ਭੁੱਲ ਜਾਂਦਾ ਹੈ ਪਰਮਾਤਮਾ ਨੂੰ। ਅਤੇ ਸਾਡੇ ਇੱਕ ਅਖਾਣ ਹੈ ਪੰਜਾਬੀ 'ਚ ਕਿ ਤਪੋ ਰਾਜ ਤੇ ਰਾਜੋ ਨਰਕ। ਤਪ ਕਰਕੇ ਬੰਦੇ ਨੂੰ ਰਾਜ ਮਿਲਿਆ, ਤੇ ਰਾਜ ਕਰਕੇ ਜਦੋਂ ਪਾਪ ਕਰਦਾ, ਉਦੋਂ ਨਰਕਾਂ ਦੇ ਦਰਵਾਜ਼ੇ ਦੇ ਲਈ ਖੁੱਲ੍ਹ ਜਾਂਦੇ ਨੇ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਅਰਜੁਨ ਦੇਵ ਨੇ ਸਲੋਕ ਸਹਿਸਕ੍ਰਿਤੀ 'ਚ ਬਚਨ ਕੀਤਾ ਹੈ ਕਿ ਕਿਸੇ ਨੂੰ ਵੀ ਸ਼ਕਤੀ ਰਾਜ ਭਾਗ ਮਿਲਿਆ, ਉਹਦੇ ਪੂਰਬਲੇ ਕੀਤੇ ਹੋਏ ਦਾਨ ਪੁੰਨ ਕਰਕੇ ਮਿਲਿਆ। ਜੋ ਪੂਰਬ ਕੀਤਾ ਸੀ ਹੁਣ ਮਿਲ ਗਿਆ, ਤੇ ਜੇ ਉਸ ਮਿਲੇ ਹੋਏ ਦੀ ਦੁਰਵਰਤੋਂ ਕਰੇਗਾ, ਅੱਗੋਂ ਉਹਦੇ ਵਾਸਤੇ ਮੁਸੀਬਤ ਦਾ ਸਮਾਂ ਆ ਰਿਹਾ ਹੈ। ਸਤਿਗੁਰੂ ਦੇ ਬੋਲ ਨੇ, ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪ ਤੇ। ਇਹਦਾ ਅਰਥ ਜਿੰਨੇ ਰਾਜੇ ਨੇ, ਜਿੰਨੇ ਬਾਦਸ਼ਾਹ ਨੇ, ਪੂਰਬਲੇ ਕੀਤੇ ਹੋਏ ਦਾਨ ਕਿਤੇ ਅੱਗੇ ਆਏ ਤੇ ਉਹ ਰਾਜ ਭਾਗ ਦੇ ਵਾਰਸ ਮਾਲਕ ਬਣ ਗਏ। ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪ ਤੇ, ਪੂਰਬਲੇ ਕੀਤੇ ਹੋਏ ਦਾਨ ਦਾ ਰਾਜ ਭਾਗ ਭੋਗ ਰਹੇ ਨੇ ਰਾਜੇ। ਬਪਰੀਤ ਬੁੱਧਿਅੰਗ, ਜਦੋਂ ਰਾਜ ਭਾਗ ਤੇ ਆਏ, ਅਕਲ ਮੱਤ ਮਾਰੀ ਗਈ, ਮੱਤ ਭ੍ਰਿਸ਼ਟ ਹੋ ਗਈ, ਉਦੋਂ ਵਿਪਰੀਤ ਬੁੱਧੀ ਹੋ ਗਈ। ਤੇ ਸੱਚ ਇਹ ਵੇ ਕਿ ਜਦੋਂ ਬੰਦੇ ਦੇ ਵਿਨਾਸ਼ ਦਾ ਸਮਾਂ ਹੁੰਦਾ ਹੈ, ਸਭ ਤੋਂ ਪਹਿਲਾਂ ਉਹਦੀ ਮੱਤ ਮਾਰੀ ਜਾਂਦੀ ਹੈ। ਬੇਨਤੀ ਹੈ ਕਿ ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪ ਤੇ, ਵਿਪਰੀਤ ਬੁੱਧਿਅੰਗ ਮਾਰਤ ਲੋਕੈ। ਅਕਲ ਪਲਟ ਕੇ ਲੋਕਾਂ ਤੇ ਜ਼ੁਲਮ ਕਰਦਾ ਹੈ। ਨਾਨਕ ਚਿਰੰਕਾਲ ਦੁੱਖ ਭੋਗਤੇ, ਇਹ ਸਦੀਵ ਕਾਲ ਲਈ ਫਿਰ ਦੁੱਖ ਭੋਗਦੇ ਨੇ। ਇਸੇ ਕਰਕੇ ਗੁਰਬਾਣੀ ਨੇ ਜਦੋਂ ਰਾਜੇ ਦਾ ਹੰਕਾਰ, ਇਹ ਕਹੇ ਮੇਰਾ ਸਭ ਕੁਝ, ਮੇਰੀ ਪਰਜਾ, ਮੇਰੇ ਮਹਿਲ, ਮੇਰਾ ਸਭ ਕੁਝ, ਗੁਰੂ ਸਾਹਿਬ ਨੇ ਸਵੀਕਾਰ ਨਹੀਂ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਅੰਮ੍ਰਿਤ ਬੋਲ ਹੈ। ਅਸੀਂ ਉਹਨਾਂ ਦੇ ਅਕਾਲ ਉਸਤਤ ਦੇ ਕਵਿਤ ਹੈ ਇੱਕ, ਉਹ ਹੈ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਕੂੜ ਰਾਜਾ ਕਿਵੇਂ ਹੈ? ਵੱਡੇ ਵੱਡੇ ਜਿਹੜੇ ਛਤਰਾਂ ਦੇ ਥੱਲੇ ਚੱਲਦੇ ਸਨ, ਸੋਨੇ ਦੇ ਛਤਰ ਕਈ ਕਈ ਕੋ ਉਹਨਾਂ ਦੇ ਸਿਰ ਤੇ ਚੁਲਦੇ ਨੇ। ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਜੋਗੀ ਆਏ, ਜਤੀ ਆਏ, ਬ੍ਰਹਮਚਾਰੀ ਆਏ, ਜਿਹੜੇ ਛਤਰਾਂ ਤੱਕ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਕਹਿੰਦੇ 48 ਕੋਹ ਤੱਕ ਕੌਰਵਾਂ ਦੇ ਸਿਰ ਦੇ ਉੱਤੇ ਸੋਨੇ ਦੀਆਂ ਛਤਰੀਆਂ ਹੁੰਦੀਆਂ ਸਨ। ਇੱਕ ਅੱਧੀ ਛਤਰੀ ਕਿੰਨਾ ਕੁ ਧਨ ਸੀ ਉਸ ਵੇਲੇ ਕਿ 48 ਕੋਹ ਮਹਾਰਾਜ ਜੀ ਨੇ 12 ਯੋਜਨ ਵਰਤਿਆ। ਤੇ ਜਦੋਂ ਅਸੀਂ ਪੜ੍ਹਨੇ 4 ਕੋਹ ਦਾ ਇੱਕ ਯੋਜਨ ਹੈ, 48 ਕੋਹ 50 ਕੋਹ ਦੇ ਕਰੀਬ ਕਹਿ ਲਾਂ, ਉਹਨਾਂ ਦੇ ਸਿਰ ਉੱਤੇ ਸੋਨੇ ਦੇ ਛਤਰ ਕਿੰਨਾ ਕੁ ਦੌਲਤ। ਪਰ ਅੱਜ ਜਿਨ੍ਹਾਂ ਦੇ ਸਿਰ ਉੱਤੇ ਸੋਨੇ ਦੇ ਛਤਰ ਝੁਲਦੇ ਸਨ, ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਬਾਣੀ 'ਚ ਬਚਨ ਵੀ ਆਉਂਦਾ ਹੈ,
कि मेरी मेरी कैरो करते दर्योदन से भाई 12 जोजन छत्र चलै था देही गिरजन खाई। जिन्हां दे सिर ते 12 जोजन सोने ਦਾ ਛਤਰ ਚੱਲਦਾ ਸੀ, ਝੁਲਦਾ ਸੀ, ਅੱਜ ਮਹਾਰਾਜ ਕਹਿੰਦੇ ਨੇ ਜੰਗ 'ਚ ਉਹਨਾਂ ਦੇ ਸਰੀਰ ਨੂੰ ਗਿਰਜਾ ਨੇ ਨੋਚ ਕੇ ਖਾਧਾ। ਰਾਵਣ ਵਰਗੇ ਦਾ ਜ਼ਿਕਰ ਬਾਣੀ 'ਚ ਬੜਾ ਹੁੰਦਾ ਹੈ, ਜਿਹਦੀ ਸਾਰੀ ਲੰਕਾ ਹੀ ਸੋਨੇ ਦੀ ਸੀ। ਪਰ ਯਾਦ ਰੱਖਿਓ, ਤੁਧ ਬਾਜ ਕੂੜੋ ਕੂੜ ਹੈ। ਇਹ ਕੂੜ ਰਾਜਾ ਤਾਂ ਹੀ ਸਾਈਂ ਦੀ ਯਾਦ ਵਿਸਰ ਗਏ। ਮਹਾਰਾਜ ਜੀ ਦੇ ਬੋਲ ਨੇ ਕਿ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਸੋਨੇ ਦੀ ਲੰਕਾ ਜਿਹਦੇ ਘੋੜੇ ਹਾਥੀ ਮਹਿਲ ਦੇ ਅੱਗੇ ਵੱਜੇ ਹੋਏ ਨੇ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਕਹਾਂ ਭਇਓ ਦਰ ਬਾਂਧੇ ਖਾਤੀ ਖਿਨਮੈ ਭਈ ਪਰਾਈ ਖਿਨ ਲੱਗਾ। ਕੂੜ ਰਾਜਾ ਕੂੜ ਪਰਜਾ। ਗੁਰੂ ਗੋਬਿੰਦ ਸਿੰਘ ਜੀ ਦਾ ਕਵਿਤ ਇਸ ਬਾਰੇ कि जोगी जति ब्रह्मचारी बड़े बड़े छत्रधारी छत्र ही की छाया कई कौशलो चलत है। बड़े बड़े राजन के दावत फिरत देश बड़े बड़े भूपन के द्राप को दलत है। मान से महीप, इत्थे कुछ राजियां दे नाम लए महाराज जी ने। मान से महीप दलीप के से छत्रधारी बड़ो अबवान पुज दंड को करत है। दारा से दलीसर दर्योदन से मान धारी भोग भोग भूम अंत भूम में मिलत है। एक दिन भोगते हुए विषय ये सारे बंदे मिट्टी विच मिल गए, क्योंकि इन्हां कोल करतार दी परमात्मा दी याद ने। सतगुरु पहला बचन करदे ने, कूड़ राजा कूड़ परजा कूड़ सब संसार। वड्डे वड्डे हंकार करन वाले राजे भी असत ने। ਜਿਹੜੀ परजा अज उन्हां दे पानी भल के रिजक दाता परजा पालक जां पनाह हर दो आलम कह रही है, दो आलम शाह कह रही है। इस परजा ने वजीरा ने भी एक दिन खत्म हो जाना। कूड़ सब संसार, महाराज कहते तो हर चीज़ झूठी है। कूड़ मंडप, जेड़े उच्चे उच्चे मंडप बनाए जाते हैं, उच्चे उच्चे महल माड़ियाँ, तो महाराज कहते ने कूड़ मंडप कूड़ माड़ी कूड़ बैसनहार, ਇਹਦੇ ਵਿੱਚ ਬਹਿਣ ਵਾਲੇ ਵੀ ਝੂਠੇ ਨੇ। ਬਾਬਾ ਫਰੀਦ ਸਾਹਿਬ ਦੇ ਇੱਕ ਅਸੀਂ ਬਚਨ ਲੈਂਦੇ ਹਾਂ, ਉਹਨਾਂ ਦਾ ਆਸਾ ਰਾਗ 'ਚ ਇਹ ਸ਼ਬਦ ਹੈ कि बोले शेख फरीद प्यारे अल्लाह लगे ये तन होसी खाक निमाणी गोर घरे। मैं बेनती कर रहा किवें मंडप माड़ियां सारी कहानी शाईमाई हो जाती। उन्होंने 4 गल्लां कीतियां ने। वो कहते कत्तक कूंजा चेत डाओ सावन बिजलियां सियाले सोहंदियां पिरगल बाहड़ियां। ये अर्थ कर ले भी कूड़ सब संसार, कूड़ मंडप कूड़ माड़ी कूड़ बैसन खार। वो कहते कत्तक कूंजा चेत डाओ सावन बिजलियां सियाले सोहंदियां पिरगल बाहड़ियां। चले चलन हार विचारा ले मनो गंढेंदियां 6 माह तुड़ंदियां हिक खिनो। जिमी पुछे आसमान फरीदा खेवट किन गए। कहते जालन गोरा नाल उलामे जी सह। भावें चलो बाबा साहब ने ये इस विच इस्लामी मत की अकीदे का इस्लामी मत के भरोसे का फेद का जिक्र किया। वो देखो 4 प्रमाण दिते। कत्तक कूंजा, सब नूं पता है कि सियाल के दिनों च कूंजा प्रवास करदियां ने, अपने टिकाने नूं छड्ड के दूसरे टिकाने ते चलियां जादियां ने। पर महाराज कहते ने, बाबा जी कहते ने मैनूं लगदा किसी दरिया के कंढे कूंजा होणगियां। बाबा साहब पंजाब के वसनीक ने, उन्हां कूंजां नूं देख के उन्हां क्या होना, भले लोगों आ जिहड़ियां कूंजां दरियावां दे कंढे ते चुंदियां चुगदियां ने, इन्हां ने सदा नहीं रहना। ये कूंजां दी डार आई है, तुसीं देखियो कुछ महीनों तो बाद इत्थों वापस चले जाणगे। इहदा मतलब इह कि असीं जिन्ने भी दृष्टमान च माँ बाप भैन भरा पुत्तर धीआं, सच ये जे असीं भी प्रवास किया होया है, कूंजां दी तरह आए हाँ, रहना सदा कोई नहीं, आपां भी डार ने वापस चले जाना है। जिवें कत्तक दियां कूंजां बिनसन हारे उन्हां दा दृश उन्हें चले जाना। चेत डाओ, आम सज्जणा ने इहदे डाओ का अर्थ यही किया कि चेतर के महीने च जंगल नूं अग लगदी है। 4 चफेरे अग दे भांबड़ मचदे ने जंगल च। पर बेनती है कि एक विद्वान दे मैं बोल पढ़े, वो कहते ने असल च चेत विच आउंदी है बसंत। इत्थे चेत डाओ का अर्थ यही किया सब ने कि चेत च
ਅਸਲ 'ਚ ਅੱਗ ਲੱਗਦੀ ਜੰਗਲਾਂ ਨੂੰ ਤੇ ਜੰਗਲ ਦੀ ਅੱਗ ਸਦਾ ਨਹੀਂ ਰਹਿਣੀ। ਉਹਨੇ ਚੇਤ ਡਾਓ ਦਾ ਅਰਥ ਇਹ ਭਾਵ ਅਰਥ ਲਿਆ ਹੈ, ਕਹਿੰਦਾ ਚੇਤ ਵਿੱਚ ਆਉਂਦੀ ਏ ਪੰਜਾਬ ਵਿੱਚ ਬਸੰਤ। ਗੁਰਬਾਣੀ ਨੇ ਚੇਤ ਤੇ ਵੈਸਾਖ ਦਾ ਮਹੀਨਾ ਬਸੰਤ ਦਾ ਮੰਨਿਆ ਹੈ। ਚੇਤ ਵਿੱਚ ਕੀ ਹੁੰਦਾ ਹੈ? ਇੱਥੋਂ ਤੱਕ ਕਿ ਹਰ ਫੁੱਲ ਜਿਹੜਾ ਹੈ ਉਹ ਪੂਰੇ ਜੋਬਨ ਤੇ ਖਿੜਦਾ। ਅਸੀਂ ਦੇਖਣਾ ਜੰਗਲ ਵੀ ਖਿੜਿਆ ਹੋਇਆ, ਫੁੱਲ ਚਾਰ ਚੁਫੇਰੇ ਪੂਰੇ ਖੜਾਓ ਨੇ। ਕਈ ਫੁੱਲ ਇਹੋ ਜਿਹੇ ਨੇ ਜਿਨ੍ਹਾਂ ਦਾ ਇੰਜ ਪ੍ਰਤੀਤ ਹੁੰਦਾ ਜਿਵੇਂ ਧਰਤੀ ਉੱਤੇ ਅੰਗਿਆਰ ਪਏ ਹੋਣ, ਅੱਗ ਦੇ ਸੂਚਕ ਨੇ। ਮੈਂ ਤਾਂ ਬੇਨਤੀ ਕੀਤੀ, ਹੋ ਸਕਦਾ ਹਰ ਕੋਈ ਇਸ ਅਰਥ ਨਾਲ ਸਹਿਮਤ ਨਾ ਹੋਵੇ। ਚੇਤ ਡਾਓ ਉਹ ਇਸ ਤਰ੍ਹਾਂ ਖਿੜੇ ਨੇ ਜਿਵੇਂ ਅੱਗ ਦੇ ਅੰਗਿਆਰੇ ਨੇ, ਪਰ ਉਹ ਫੁੱਲ ਸਦਾ ਰਹਿਣ ਵਾਲੇ ਨਹੀਂ। ਇਹਦਾ ਮਤਲਬ ਕਿ ਚੇਤ ਵੀ ਚਲੋ, ਜੇ ਅੱਗ ਦੇ ਵੀ ਅਰਥ ਕਰੋ, ਜੰਗਲ ਦੀ ਅੱਗ ਸਦਾ ਨਹੀਂ ਰਹਿਣੀ, ਕੁੰਜਾਂ ਦੀਆਂ ਡਾਰਾਂ ਨੇ ਸਦਾ ਇੱਕ ਥਾਂ 'ਤੇ ਨਹੀਂ ਰਹਿਣਾ। ਤੇ ਮਹਾਰਾਜ ਕਹਿੰਦੇ ਨੇ ਸਾਉਣ ਦਾ ਮਹੀਨਾ ਆਉਂਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਚਾਰ ਚੁਫੇਰੇ ਜਦੋਂ ਬੱਦਲ ਚੜ੍ਹ ਕੇ ਆਉਂਦਾ ਹੈ, ਬਿਜਲੀ ਚਮਕਦੀ, ਬੱਦਲ ਗੱਜਦਾ ਹੈ, ਪਰ ਕੀ ਉਸ ਬਿਜਲੀ ਦੀ ਚਮਕ ਸਦੀਵ ਕਾਲ ਵਾਸਤੇ ਰਹੇਗੀ? ਉਹਨੇ ਸਦਾ ਰਹਿਣਾ ਨਹੀਂ। ਬਿਜਲੀ ਚਮਕਦੀ ਹੈ, ਅੱਖਾਂ ਨੂੰ ਦਿਸਦੀ ਹੈ ਤੇ ਆਲੋਪ ਹੋ ਗਈ। ਜਿਵੇਂ ਚਮਕਦੀ ਹੋਈ ਬਿਜਲੀ ਸਦਾ ਅੱਖਾਂ ਅੱਗੇ ਨਹੀਂ ਬਣੀ ਰਹਿਣੀ। ਸੱਜਣਾ, ਇਸੇ ਤਰ੍ਹਾਂ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਦਿਸਦੀ ਹੋਈ ਹਰ ਚੀਜ਼ ਨੇ ਅੱਖਾਂ ਸਾਹਮਣੇ ਨਹੀਂ ਰਹਿਣਾ। ਅੱਜ ਮਾਂ ਬਾਪ ਅੱਖਾਂ ਸਾਹਮਣੇ ਨੇ, ਪੁੱਤਰ ਧੀਆਂ ਅੱਖਾਂ, ਇਹ ਅਸੀਂ ਖੁਦ ਨਹੀਂ ਰਹਿਣਾ। ਬਾਬਾ ਜੀ ਕਹਿੰਦੇ ਨੇ ਬਿਜਲੀ ਦੀ ਚਮਕ ਹੈ, ਆਈ ਤੇ ਗਈ। ਚੌਥਾ ਬਚਨ ਮਹਾਰਾਜ ਜੀ ਨੇ ਕੀਤਾ, ਸਿਆਲੇ ਸੁਹਾਂਦੀਆਂ ਪਿਰਗਲ ਬਾਹੜੀਆਂ। ਪਤੀ ਪਰਦੇਸ਼ ਤੋਂ ਆਇਆ, ਸਿਆਲ ਦੇ ਦਿਨ ਨੇ, ਸੁਹਾਗਣ ਦਾ ਆਪਣੇ ਪਤੀ ਨਾਲ ਵਸਲ ਹੋਇਆ ਤੇ ਵਪਾਰੀ ਪਰਦੇਸ਼ੀ ਨੇ ਚਲੇ ਜਾਣਾ, ਉਹ ਮਿਲਾਪ ਸਦਾ ਲਈ ਨਹੀਂ। ਇਹ ਚਾਰ ਪ੍ਰਮਾਣ ਦੇ ਕੇ ਕਿਹਾ ਕਿ ਕਿਵੇਂ ਨਾਸ਼ਵੰਤਾ ਹੈ। ਕੱਤਕ ਕੂੰਜਾਂ, ਚੇਤ ਡਾਓ, ਸਾਵਣ ਬਿਜਲੀਆਂ, ਸਿਆਲੇ ਸੁਹਾਂਦੀਆਂ, ਪਿਰਗਲ ਬਾਹੜੀਆਂ। ਮਹਾਰਾਜ ਕਹਿੰਦੇ ਚੱਲੇ ਚੱਲਣਹਾਰ, ਵਿਚਾਰਾ ਲੈ ਮਨੋ, ਗੰਢੇਂਦਿਆਂ ਛੇ ਮਾਂ, ਤੁੜੰਦਿਆਂ ਹਿਕ ਖਿਨੋ। ਅਗਲਾ ਬਚਨ ਕਹੇ, ਜਿਮੀ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ। ਇਹਦਾ ਬੜਾ ਕਮਾਲ ਦਾ ਬਚਨ ਕਿ ਅਸਮਾਨ ਤੇ ਜ਼ਮੀਨ ਦਾ ਆਪਸ ਵਿੱਚ ਸੰਵਾਦ ਹੈ, ਗੱਲਬਾਤ ਹੈ। ਕਹਿੰਦੇ ਨੇ ਕਿ ਅਸਲ ਪੁੱਛਦੀ ਪਈ ਹੈ ਆਕਾਸ਼ ਜ਼ਮੀਨ ਤੋਂ, ਪੁੱਛਦਾ ਹੈ ਜ਼ਮੀਨ ਮੇਰੇ ਤਾਰੇ, ਮੇਰਾ ਚੰਦਰਮਾ, ਮੇਰਾ ਸੂਰਜ, ਇਹ ਮੁੱਦਤਾਂ ਤੋਂ ਕਾਇਮ ਨੇ, ਪਰ ਤੇਰੀ ਹਿੱਕ ਉੱਤੇ ਤਾਂ ਬੜੇ ਵੱਡੇ ਵੱਡੇ ਹੰਕਾਰੀ ਆਏ ਜਿਨ੍ਹਾਂ ਨੇ ਕਿਹਾ ਸਾਡੇ ਤੋਂ ਬਿਨਾਂ ਦੇਸ਼ ਨਹੀਂ ਚੱਲਦਾ, ਮੁਲਕ ਨਹੀਂ ਚੱਲਦਾ। ਮੈਂ ਪੁੱਛਣਾ ਚਾਹੁੰਦਾ, ਜਿਹੜੇ ਆਪਣੇ ਆਪ ਨੂੰ ਮਲਾ ਆਗੂ ਸਮਝਦੇ ਸਨ, ਅੱਜ ਉਹ ਕਿੱਥੇ ਚਲੇ ਗਏ? ਅੱਗੋਂ ਜ਼ਮੀਨ ਨੇ ਉੱਤਰ ਦਿੱਤਾ। ਤਾਂ ਮੈਂ ਕਿਹਾ ਇਸ ਵਿੱਚ ਇਸਲਾਮੀ ਮਤ ਦਾ ਫੇਤ ਹੈ, ਭਰੋਸਾ ਹੈ, ਕਿਉਂਕਿ ਉਹ ਕਹਿੰਦੇ ਨੇ ਕਬਰਾਂ 'ਚ ਰਹਿੰਦੇ ਨੇ ਜੀਵ ਰੂਹ। ਕਹਿੰਦੇ ਨੇ ਜ਼ਮੀਨ ਨੇ ਉੱਤਰ ਦਿੱਤਾ, ਅਸਮਾਨ ਜਿਹੜੇ ਇਸ ਧਰਤੀ ਤੇ ਦਾਅਵੇ ਕਰਦੇ ਸਨ, ਉਹਨਾਂ ਦੀ ਜਿੰਦ ਨੂੰ ਰੱਬ ਭੁੱਲਣ ਦੀ ਫਿਟਕਾਰ ਲਾਂਤ ਪੈ ਰਹੀ ਏ ਤੇ ਸਰੀਰ ਉਹਨਾਂ ਦੇ ਕਬਰਾਂ ਦੇ ਵੀ ਸੜਦੇ ਪਏ ਨੇ। ਬਾਬਾ ਸਾਹਿਬ ਦੇ ਬੋਲ ਨੇ ਕਿ ਚੱਲੇ ਚੱਲਣਹਾਰ, ਵਿਚਾਰਾ ਲੈ ਮਨੋ, ਗੰਢੇਂਦਿਆਂ ਛੇ ਮਾਂ, ਤੁੜੰਦਿਆਂ ਹਿਕ ਖਿਨੋ। ਜ਼ਿਮੀ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ। ਕਹਿਣ ਲੱਗੇ ਜਾਲਣ ਗੋਰਾ ਨਾਲ, ਉਲਾਮੇ ਜੀ ਸਹੇ, ਕਬਰ ਵੀ ਸੜਦੇ ਪਏ ਨੇ। ਮੈਂ ਤੇ ਫਿਰ ਬੇਨਤੀ ਕਰਾਂਗਾ, ਜਿਸ ਮਹੱਲ 'ਚ ਅੱਜ ਰਾਜਾ ਹੈ, ਕੱਲ ਉੱਥੇ ਪਹਿਲਾਂ ਕੋਈ ਬੈਠ ਕੇ ਗਿਆ ਹੈ। ਚਲੋ ਅੱਜ ਡੈਮੋਕ੍ਰੇਸੀ ਹੈ, ਕੁਝ ਥਾਵਾਂ ਤੇ ਅਜੇ ਵੀ ਪੁਸ਼ਤੈਨੀ ਰਾਜ ਹੈ ਕਿ ਬਾਪ ਦੀ ਜੇ ਬਾਦਸ਼ਾਹ ਸਮਰਾਟ ਹੈ, ਸੁਲਤਾਨ ਹੈ, ਤੇ ਉਦੋਂ ਬਾਅਦ ਪੁੱਤਰ ਹੈ, ਉਦੋਂ ਬਾਅਦ ਪੋਤਾ ਹੈ। ਡੈਮੋਕ੍ਰੇਸੀ ਵਿੱਚ ਚਲੋ ਵੋਟ ਸਿਸਟਮ ਹੈ। ਅਸੀਂ ਦੇਖਦੇ ਹਾਂ ਪ੍ਰਧਾਨ ਮੰਤਰੀ, ਮੁਲਕਾਂ ਦੇ ਮੰਤਰੀ, ਵਜ਼ੀਰ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਸਾਰੇ ਬਦਲਦੇ ਰਹਿੰਦੇ, ਪਰ ਯਾਦ ਰੱਖਿਓ ਕੋਠੀ ਉਹੀ ਰਹਿੰਦੀ ਹੈ। ਰਾਸ਼ਟਰਪਤੀ ਭਵਨ ਇੱਕੋ ਹੀ ਹੈ, ਪਰ ਜੇ ਪ੍ਰੈਜ਼ੀਡੈਂਟ ਦੇ ਉਸ ਇਮਾਰਤ ਨੂੰ ਦੇਖੀਏ, ਉਹ ਇਮਾਰਤ ਖੜੀ ਹੋਈ ਕਹੇਗੀ ਕਿ ਜਿਨ੍ਹਾਂ ਦੇ ਅੱਗੇ 3 ਫੌਜਾਂ ਝੁੱਕ ਕੇ ਸਲਾਮਾਂ ਕਰਦੀਆਂ ਸਨ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਆਏ ਸਨ, ਆਏ ਪਰ ਚਲੇ ਗਏ। ਮੈਂ ਬੇਨਤੀ ਕਰਾਂਗਾ, ਕੋਈ ਵੀ ਮੁਲਕ ਹੋਵੇ, ਇੱਕ ਮੁਲਕ ਦੀ ਗੱਲ ਨਹੀਂ ਕਰ ਰਿਹਾ, ਵੱਡੇ ਤੋਂ ਵੱਡਾ ਬਾਦਸ਼ਾਹ ਜਿਹੜਾ ਬੈਠਾ ਹੈ, ਉਹ ਕੂੜ ਬੈਸਣਹਾਰ, ਬਹਿਣ ਵਾਲਾ ਵੀ ਝੂਠਾ, ਉਹਨੇ ਛੱਡ ਜਾਣਾ। ਇਹ ਤਾਂ ਜਿਉਂਦੇ ਛੱਡਣੀਆਂ ਪੈਂਦੀਆਂ ਨੇ ਕੋਠੀਆਂ। ਮੈਂ ਇੱਕ ਉਦਾਹਰਨ ਹੋਰ ਦੇਣਾ। ਇੱਕ ਦਰਵੇਸ਼ ਹੋਇਆ, ਹਜ਼ਰਤ
ਇਬਰਾਹਿਮ ਅਦਮ ਬਲਖੀ, ਇਹ ਬਲਖ ਦਾ ਰਹਿਣ ਵਾਲਾ ਸੀ। ਇਹਦੇ ਬਾਰੇ ਕਿਹਾ ਜਾਂਦਾ ਹੈ ਇਹ ਬੰਦਾ ਬੜਾ ਚੰਗਾ ਸੀ। ਇੱਕ ਰਾਤ ਕੀ ਹੋਇਆ ਕਿ ਇਹ ਆਪਣੇ ਘਰ ਦੇ ਵਿੱਚ ਮਹਲ 'ਚ ਆਰਾਮ ਕਰ ਰਿਹਾ ਹੈ ਤੇ ਇਹਦੇ ਮਹਿਲ ਦੀ ਛੱਤ ਉੱਤੇ ਕਿਸੇ ਦੇ ਦੌੜਨ ਦੀ ਆਵਾਜ਼ ਆਈ। ਇਹ ਹਨੇਰੇ 'ਚ ਬਾਹਰ ਨਿਕਲਿਆ। ਚਲੋ ਸੰਤਰੀ ਵਗੈਰਾ ਸਨ, ਪਰ ਬੜਾ ਬੇਬਾਕ ਜਿਹਾ ਨਿਡਰ ਬੰਦਾ ਸੀ। ਇਹਨੇ ਹਨੇਰੇ 'ਚ ਆਵਾਜ਼ ਦੇਖ ਕੇ ਕਿਹਾ, ਕੌਣ? ਮੇਰੇ ਕੋਠੇ ਦੀ ਛੱਤ ਉੱਤੇ ਕੌਣ ਦੌੜ ਰਿਹਾ? ਤੇ ਹਨੇਰੇ 'ਚੋਂ ਆਵਾਜ਼ ਆਈ ਕਿ ਇਬਰਾਹਿਮ ਤੂੰ ਆਰਾਮ ਕਰ। ਉਹਨੇ ਕਿਹਾ ਮੈਂ ਆਰਾਮ ਤਾਂ ਕਰਾਂ, ਮੇਰੀ ਛੱਤ ਉੱਤੇ ਕਿਉਂ ਦੌੜ ਰਿਹਾ? ਉਹ ਕਹਿੰਦਾ ਮੇਰਾ ਊਠ ਗਵਾਚ ਗਿਆ ਹੈ, ਗਵਾਚੇ ਹੋਏ ਊਠ ਨੂੰ ਲੱਭਣ ਵਾਸਤੇ ਆਇਆ ਹਾਂ। ਬਾਦਸ਼ਾਹ ਨੇ ਕਿਹਾ ਮੂਰਖ, ਜ਼ਾਹਿਲ, ਕਦੀ ਊਠ ਮਕਾਨ ਦੀ ਛੱਤ ਉੱਤੇ ਗਵਾਚਦੇ ਨੇ? ਕਿਸੇ ਜੰਗਲ ਵਿੱਚ, ਕਿਸੇ ਖੇਤ ਵਿੱਚ, ਧਰਤੀ ਤੇ ਵੇਖ, ਤੂੰ ਮਕਾਨ ਦੀ ਛੱਤ ਤੇ ਚੜਿਆ ਬੈਠਾ ਹੈ, ਊਠ ਛੱਤਾਂ ਉੱਤੇ ਨਹੀਂ ਗਵਾਚਦੇ। ਉਸ ਵਕਤ ਕਹਿੰਦੇ ਨੇ ਉਸ ਆਵਾਜ਼ ਨੇ ਕਿਹਾ, ਇਬਰਾਹਿਮ ਮੈਨੂੰ ਜ਼ਾਹਿਲ ਮੂਰਖ ਕਿਹਾ। ਜੇ ਮਕਾਨ ਦੀ ਛੱਤ ਉੱਤੇ ਊਠ ਨਹੀਂ ਚੜ ਸਕਦਾ ਤੇ ਚੇਤੇ ਰੱਖੀ ਤੂੰ ਵੀ ਜ਼ਾਹਿਲ ਹੈ। ਤੂੰ ਵੀ ਪਦਾਰਥਾਂ ਦੇ ਭੋਗ ਕੇ ਚਾਹੁੰਦਾ ਰੱਬ ਮਿਲ ਜਾਏ। ਜਿੰਨੀ ਦੇਰ ਤੱਕ ਆਪਣੇ ਮਨ ਨੂੰ ਉਧਰ ਲਾਂਦਾ ਨਹੀਂ, ਉਨੀ ਦੇਰ ਤੱਕ ਰੱਬ ਦੀ ਪ੍ਰਾਪਤੀ ਨਹੀਂ। ਜੇ ਊਠ ਛੱਤ ਤੇ ਨਹੀਂ ਚੜਦਾ ਤੈਨੂੰ ਕਿਵੇਂ ਰੱਬ ਮਿਲ ਜਾਓ? ਦੂਸਰੀ ਉਹਦੀ ਜ਼ਿੰਦਗੀ 'ਚ ਘਟਨਾ ਵਾਪਰੀ, ਮੈਂ ਸਿਰਫ ਇਹਦੇ ਲਈ ਕਿ ਕੂੜ ਸਭ ਸੰਸਾਰ ਜਾਂ ਕੂੜ ਬੈਸਨਖਾਰ। ਉਹਦੇ ਮਹੱਲ ਅੱਗੇ ਇੱਕ ਸ਼ਾਮ ਇੱਕ ਫਕੀਰ ਆਇਆ। ਅਸਲ 'ਚ ਉਹੀ ਫਕੀਰ ਸੀ ਜਿਹੜਾ ਹਨੇਰੇ 'ਚ ਉਹਦੇ ਮਕਾਨ ਦੀ ਛੱਤ ਤੇ ਚੜਿਆ। ਉਹਨੂੰ ਪਤਾ ਨਹੀਂ, ਉਹ ਬਹਿਸ ਰਿਹਾ ਸੀ ਦਰਬਾਨ ਨਾਲ। ਉਸ ਕਿਲੇ ਦੇ ਦਰਵਾਜ਼ੇ ਅੱਗੇ ਜਿਹੜਾ ਪਹਿਰੇ ਦੇਣ ਵਾਲਾ ਹੈ ਉਹਦੇ ਨਾਲ ਬਹਿਸ ਰਿਹਾ ਕਿ ਮੈਂ ਰਾਤ ਇੱਥੇ ਰਹਿਣਾ ਹੈ। ਤੇ ਜਿਹੜਾ ਕਿਲੇ ਦਾ ਦਰਬਾਨ ਹੈ ਉਹ ਕਹਿੰਦਾ ਪਿਆ ਵੀ ਤੂੰ ਰਾਤ ਨਹੀਂ ਰਹਿ ਸਕਦਾ, ਇਹ ਸਰਾਹ ਨਹੀਂ, ਇਹ ਤਾਂ ਰਾਜੇ ਦਾ ਮਹਿਲ ਹੈ, ਇਬਰਾਹਿਮ ਅਦਬ ਦਾ ਮਹਿਲ ਹੈ। ਉਹ ਕਹਿੰਦਾ ਨਹੀਂ ਨਹੀਂ, ਇਹ ਤਾਂ ਸਰਾਹ ਹੈ ਜੀ। ਉਹਨੇ ਬੜਾ ਸਿਰ ਖਪਾਇਆ ਵੀ ਨਹੀਂ, ਸਰਾਹ ਨਹੀਂ, ਇਹ ਮਹਿਲ ਹੈ, ਇਹ ਰਾਜੇ ਦਾ ਟਿਕਾਣਾ ਹੈ। ਉਹ ਫਕੀਰ ਕਹਿੰਦਾ ਸਰਾਂ ਵਿੱਚ ਤੇ ਮਹਿਲ 'ਚ ਕੀ ਫਰਕ ਹੈ? ਤੇ ਦਰਬਾਨ ਹੱਸ ਕੇ ਕਹਿੰਦਾ ਮੈਂ ਇੰਨਾ ਪੜ੍ਹਿਆ ਨਹੀਂ। ਇੰਨੀ ਦੇਰ ਨੂੰ ਕੀ ਹੋਇਆ ਕਿ ਇਬਰਾਹਿਮ ਖੁਦ ਆ ਗਿਆ ਰੌਲਾ ਸੁਣ ਕੇ। ਉਹਨੇ ਪੁੱਛਿਆ ਮਾਜ਼ਰਾ ਕੀ, ਇਹ ਕੀ ਸਭ ਕੁਝ ਹੋ ਰਿਹਾ? ਉਸ ਦਰਬਾਨ ਨੇ ਅਦਬ ਸਹਿਤ ਕਿਹਾ ਬਾਦਸ਼ਾਹ ਨੂੰ, ਇਬਰਾਹਿਮ ਨੂੰ, ਕਿ ਅਸਲ 'ਚ ਇਹ ਫਕੀਰ ਕਹਿ ਰਿਹਾ ਮੈਂ ਸਰਾਂ ਵਿੱਚ ਰਾਤ ਰਹਿਣਾ। ਤੇ ਮੈਂ ਕਿਹਾ ਇਹ ਸਰਾਂ ਨਹੀਂ, ਇਹ ਮਹਿਲ ਹੈ। ਇਹ ਕਹਿ ਰਿਹਾ ਨਹੀਂ ਸਰਾਂ ਹੈ। ਬਾਦਸ਼ਾਹ ਨੇ ਹੱਸ ਕੇ ਕਿਹਾ ਫਕੀਰ ਅਸੀਂ ਅਦਬ ਕਰਨੇ ਆ ਤੇਰਾ, ਪਰ ਇਹ ਮਹਿਲ ਹੈ ਮੇਰਾ, ਮੈਂ ਬਾਦਸ਼ਾਹ ਹਾਂ, ਇਹ ਸਰਾਂ ਨਹੀਂ। ਫਕੀਰ ਨੇ ਕਿਹਾ ਬਾਦਸ਼ਾਹ ਮੈਂ ਤੇਰੇ ਤੋਂ ਇੱਕ ਗੱਲ ਪੁੱਛ ਲਈ ਜਾਨਾ, ਸਰਾਂ ਵਿੱਚ ਤੇ ਮਹਿਲ ਵਿੱਚ ਕੀ ਅੰਤਰ ਹੁੰਦਾ? ਇਹ ਵੀ ਪੱਥਰ ਦੀ, ਇੱਟਾਂ ਦੀ, ਕੰਕਰੀਟ ਦੀ ਬਣੀ, ਤੇ ਸਰਾਂ ਵੀ ਇਸ ਤਰ੍ਹਾਂ ਬਣਦੀ ਹੈ, ਦੋਨਾਂ 'ਚ ਫਰਕ ਕੀ ਹੈ? ਉਹਨੇ ਕਿਹਾ ਵਰਤੋਂ ਵਿੱਚ ਫਰਕ ਹੈ। ਮਹਿਲ ਦਾ ਅਰਥ ਇਹ ਮੇਰਾ ਪੱਕਾ ਟਿਕਾਣਾ ਹੈ, ਤੇ ਸਰਾਂ ਦਾ ਅਰਥ ਹੈ ਜਿੱਥੇ ਆਏ ਹੋਏ ਲੋਕ ਰਾਤ ਰਹਿੰਦੇ ਆ, ਇੱਕ ਦੋ ਰਾਤਾਂ ਰਹੇ ਤੇ ਚਲੇ ਗਏ, ਸਦਾ ਨਹੀਂ ਰਹਿੰਦੇ। ਫਕੀਰ ਹੱਸ ਪਿਆ, ਕਹਿੰਦਾ ਮੈਂ ਇਹਨੂੰ ਵੀ ਸਰਾਂ ਸਮਝਣਾ। ਉਸ ਵਕਤ ਕਹਿੰਦੇ ਨੇ ਇਬਰਾਹਿਮ ਨੇ ਪੁੱਛਿਆ ਜੀ ਕਿਉਂ? ਕਹਿੰਦਾ ਅੱਜ ਤੋਂ ਮੈਂ 50 ਸਾਲ ਪਹਿਲਾਂ ਆਇਆ ਸਾਂ, ਇਸ ਮਹਿਲ ਦੇ ਦਰਵਾਜ਼ੇ ਅੱਗੇ ਮੈਨੂੰ ਇੱਕ ਬਜ਼ੁਰਗ ਮਿਲਿਆ ਸੀ, ਕਾਫੀ ਬਿਰਧ ਸੀ, ਉਹਦੇ ਸਿਰ ਉੱਪਰ ਵੀ ਤਾਜ ਸੀ। ਇਬਰਾਹਿਮ ਕਹਿੰਦਾ ਤੂੰ ਸੱਚ ਕਹਿ ਰਿਹਾ, ਉਹ ਮੇਰਾ ਦਾਦਾ ਸੀ, ਮੇਰਾ ਪਿਤਾਮਾ ਸੀ। ਕਹਿੰਦਾ 50 ਸਾਲ ਪਹਿਲਾਂ ਦੀ ਗੱਲ, ਉਹ ਜਿੰਦੇ ਸਨ, ਉਹ ਬਿਰਧ ਸਨ, ਉਦੋਂ ਹੀ ਚਲਾਣਾ ਕਰ ਗਏ ਥੋੜ੍ਹੇ ਸਮੇਂ ਬਾਅਦ। ਉਹਨੇ ਕਿਹਾ ਮੈਂ 30 ਸਾਲ ਉਦੋਂ ਬਾਅਦ ਆਇਆ, ਪਹਿਲਾਂ 50 ਸਾਲ ਮੈਨੂੰ ਕੁਝ ਹੋਰ ਮਿਲਿਆ, 30 ਸਾਲ ਬਾਅਦ ਜਦੋਂ ਆਇਆ ਇਹ ਤੇ ਇੱਕ ਹੋਰ ਸੀ, ਉਹਦੇ ਤੇ ਵੀ ਬੁਢੇਪਾ ਆਇਆ ਹੋਇਆ ਸੀ। ਇਬਰਾਹਿਮ ਕਹਿੰਦਾ ਤੂੰ ਸੱਚ ਕਹਿ ਰਿਹਾ, ਉਹ ਮੇਰਾ ਬਾਪ ਸੀ, ਮੇਰਾ ਅੱਬਾ ਸੀ। ਫਕੀਰ ਹੱਸ ਕੇ ਕਹਿੰਦਾ ਅੱਜ ਮੈਂ ਫਿਰ ਆਇਆ ਤੇ ਅੱਜ ਤੂੰ ਖਲੋਤਾ ਹੈ। ਉਹ ਕਹਿੰਦਾ ਹੁਣ ਮੈਂ ਹੀ ਖਲੋਵਾਂਗਾ, ਮੈਂ ਆਪਣੇ ਬਾਪ ਦਾ ਪੁੱਤਰ, ਰਾਜ ਭਾਗ ਮੈਂ ਸਾਂਭਿਆ। ਕਹਿੰਦਾ ਤੇਰੇ ਕਥਨ ਮੁਤਾਬਕ ਸਰਾਂ ਉਹ ਹੁੰਦੀ ਏ ਜਿੱਥੇ ਲੋਕ ਬਦਲਦੇ ਨੇ, ਮਹਿਲ ਉਹ ਹੁੰਦਾ ਜਿਹੜਾ ਪੱਕਾ ਟਿਕਾਣਾ ਹੈ। ਜਦੋਂ ਤੇਰੇ ਦਾਦੇ ਕੋਲ ਆਇਆ ਉਦੋਂ ਉਹ ਵੀ ਕਹਿ ਰਿਹਾ ਸੀ ਮੇਰਾ ਮਹਿਲ, ਤੇਰੇ ਬਾਪ ਕੋਲ ਆਇਆ ਉਹ ਵੀ ਕਹਿ ਰਿਹਾ ਸੀ ਮਹਿਲ, ਅੱਜ ਤੇਰੇ ਕੋਲ ਆਇਆ ਤੂੰ ਵੀ ਕਹਿ ਰਿਹਾ ਮਹਿਲ। ਮੈਨੂੰ ਇਹ ਦੱਸ ਇਹ ਸਰਾਂ ਨਹੀਂ ਤੇ ਹੋਰ ਕੀ ਹੈ? ਦੂਜੀ ਸਰਾਂ ਵਿੱਚ ਲੋਕ 2 ਦਿਨ 3 ਦਿਨ ਰਹਿ ਕੇ ਛੱਡ ਜਾਂਦੇ ਨੇ,
ਤੇ ਤੇਰਾ ਬਾਪ ਦਾਦਾ ਕੋਈ 70 ਸਾਲ 80 ਸਾਲ ਕੋਈ ਸਮਾਂ ਤੂੰ ਭੋਗ ਕੇ ਛੱਡ ਜਾਣਾ। ਇਹ ਵੀ ਤੇ ਸਰਾਂਖ ਹੈ, ਇੱਥੇ ਸਾਲਾਂ ਬੱਧੀ ਰਹਿੰਦੇ ਨੇ, ਉੱਥੇ ਦਿਨਾਂ ਬੱਧੀ ਰਹਿੰਦੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਸੱਚਮੁੱਚ ਇਹਦੀ ਜੇ ਇਹ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ ਸਿੱਖਾਂ ਦਾ, ਉਹਨੇ ਪਹਿਲੇ ਬੈਂਤ ਵਿੱਚ ਇਹ ਕਿਹਾ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਨ ਜੈ ਦਾਵੇ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੇ ਵਿੱਚ ਦਿੱਲੀ ਵੇਰੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏਗਾ। ਮੈਂ ਸਿਰਫ ਇੱਕ ਬੇਨਤੀ ਕੀਤੀ ਭਾਈ, ਇਹ ਕੂੜ ਰਾਜਾ ਕੂੜ ਪਰਜਾ ਸਾਰਾ ਇੱਕੋ ਸ਼ਲੋਕ, ਪਹਿਲੀਆਂ ਦੋ ਤੁਕਾਂ ਇੱਕੋ ਹੀ ਪ੍ਰਕਰਨ ਹੈ। ਰਾਜਾ ਅਸਤ ਹੈ ਝੂਠ ਹੈ, ਪਰਜਾ ਅਸਾਤੇ ਨੇ ਚਲੀ ਜਾਣੇ, ਕੂੜ ਸਭ ਸੰਸਾਰ, ਜੋ ਦ੍ਰਿਸ਼ਟਮਾਨ ਦਿਸ ਰਿਹਾ ਉਹ ਬਿਣਸੇਗਾ, ਦ੍ਰਿਸ਼ਟਮਾਨ ਕੈ ਸਗਲ ਮਥੇ ਨਾ, ਹਰ ਚੀਜ਼ ਜਾਏਗੀ। ਸਤਿਗੁਰੂ ਕਹਿੰਦੇ ਨੇ ਕੂੜ ਮੰਡਪ ਮਹਿਲ ਮਾੜੀਆਂ ਝੂਠੇ ਨੇ, ਕੂੜ ਬੈਸਨਹਾਰ, ਇਹਦੇ ਵਿੱਚ ਰਹਿਣ ਵਾਲੇ ਵੀ ਝੂਠੇ ਨੇ। ਫਿਰ ਬੇਨਤੀ ਹੈ, ਜਿਵੇਂ ਅਸੀਂ ਗੁਰਦੇਵ ਦੀ ਬਾਣੀ 'ਚ ਪੜ੍ਹਨੇ ਖਾਂ ਕਿ ਕਬੀਰ ਕੋਠੇ ਮੰਦਪ ਹੇਠ ਕਰ ਕਾਹੇ ਮਰੋ ਸਵਾਰ, ਕਾਰਜ 3.5 ਹੱਥ ਘਣੀ ਤਾਂ ਪੌਣੇ 4, ਇੰਨੇ ਵੱਡੇ ਕਈ ਮਹੱਲ ਬਣਾ ਲਏ। ਪਰ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਤੂੰ ਜ਼ਮੀਨ ਤੇ ਲੰਮਿਆ ਪੈਣਾ ਹੈ, ਵੱਧ ਤੋਂ ਵੱਧ 3.5 ਹੱਥ ਥਾਂ ਬੰਦੇ ਦਾ ਘੇਰਿਆ ਜਾਂਦਾ। ਜਿੰਨਾ ਵੀ ਕਿਸੇ ਦਾ ਕੱਦ ਹੁੰਦਾ, ਬੱਚਾ ਹੋਵੇ ਬਜ਼ੁਰਗ ਹੋਵੇ, ਉਹਦੀ ਲੰਬਾਈ ਉਹਦੇ ਹੱਥ ਮੁਤਾਬਕ 3.5 ਹੱਥ ਹੀ ਹੁੰਦੀ, 3.5 ਹੱਥ ਤੋਂ ਵੱਧ ਨਹੀਂ। ਭਾਵੇਂ ਨਿਆਣੇ ਦੇ ਹੱਥ ਮੰਨ ਲਓ, ਉਹਦਾ ਲੰਬਾਈ ਜਿਹੜੀ ਉਹਦੇ ਹੱਥ ਮੁਤਾਬਕ 3.5 ਹੱਥ ਹੋਵੇਗੀ। ਕਬੀਰ ਸਾਹਿਬ ਕਹਿੰਦੇ ਵੱਧ ਤੋਂ ਵੱਧ ਪੌਣੇ 4 ਹੋ ਜਾਏ। ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ 3.5 ਹੱਥ ਘਣੀ ਤਾਂ ਪੌਣੇ 4। ਬਾਬਾ ਜੀ ਨੇ ਕਿਹਾ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਮੰਡਪ ਤੇ ਮਾੜੀਆਂ ਝੂਠੇ, ਕੂੜ ਬੈਸਨਹਾਰ, ਵਿੱਚ ਰਹਿਣ ਵਾਲੇ ਵੀ ਬਿਨਸਣ ਵਾਲੇ ਨੇ। ਅਗਲਾ ਬਚਨ ਕੂੜ ਸੋਇਨਾ, ਇਸ ਦਾ ਪਾਠ ਸੋਨਾ ਨਹੀਂ ਕਰਨਾ, ਇੱਥੇ ਸੱਸੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਨੰਨੇ ਨੂੰ ਕਰਨਾ, ਸੋਨਾ ਨਹੀਂ ਕਰਨਾ, ਸੋਇਨਾ ਈੜੀ ਸਿਹਾਰੀ ਬੋਲਣੀ ਹੈ। ਕੂੜ ਸੋਇਨਾ, ਜਿਹੜਾ ਅਸੀਂ ਸੋਨੇ ਦੇ ਗਹਿਣੇ ਪਾਣੇ ਪਏ ਹਾਂ, ਇਹ ਗਹਿਣੇ ਵੀ ਤਾਂ ਇੱਕ ਦਿਨ ਨਾਸ਼ਵੰਤ ਨੇ, ਇਸ ਨੇ ਵੀ ਖਤਮ ਹੋ ਜਾਣਾ ਹੈ। ਕੂੜ ਰੂਪਾ, ਅੱਧਕ ਲਾ ਕੇ ਪਾਠ ਕਰਾਂਗੇ, ਅਰਥ ਸੌਖਾ ਹੋਵੇਗਾ। ਰੂਪਾ ਨਹੀਂ, ਰੂਪਾ ਇਹਦਾ ਅਰਥ ਚਾਂਦੀ। ਜਿਹੜੇ ਅਸੀਂ ਸੋਨੇ ਚਾਂਦੀ ਦੇ ਗਹਿਣੇ ਕੜਾ ਕੜਾ ਕੇ ਪਾਣੇ ਪਏ ਹਾਂ, ਮਹਾਰਾਜ ਕਹਿੰਦੇ ਨੇ ਇਹ ਗਹਿਣੇ ਇਹ ਵੀ ਤਾਂ ਝੂਠ ਨੇ, ਇਹਨਾਂ ਵੀ ਇੱਕ ਦਿਨ ਬਿਨਸ ਜਾਣਾ ਹੈ। ਪਰ ਇਹ ਗੱਲ ਕਈ ਵਾਰੀ ਆਉਂਦਾ ਹੈ, ਉਂਝ ਗੁਰਸਿੱਖੀ 'ਚ ਮਰਿਆਦਾ 'ਚ ਦਰਸਾਇਆ ਜਾਂਦਾ ਹੈ, ਕੰਨ ਛੇਦਕ ਨੱਕ ਛੇਦਕ, ਗਹਿਣਾ ਨਹੀਂ ਪਾਣਾ। ਕਈ ਵਾਰੀ ਮੈਂ ਸੋਚਣਾ ਕਈ ਸੱਜਣ ਚਲੋ ਸੋਨਾ ਪਾਉਂਦੇ ਨੇ, ਪਰ ਗੁਰਮਤ ਵਿੱਚ ਸੋਨਾ ਪਾਉਣ ਦੀ ਮਨਾਹੀ ਨਹੀਂ ਇੰਨੀ ਕਿਤੇ। ਮੇਰੀ ਫਿਰ ਬੇਨਤੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਧਿਆਨ ਦੇ ਨਾਲ ਕਰੋ ਤੇ ਬਾਣੀ 'ਚ ਇੱਕ ਬਚਨ ਹੁੰਦਾ, ਜੇ ਪ੍ਰਸਾਦ ਆ ਭੂਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਇੱਥੇ ਵੀ ਉਹਦੀ ਯਾਦ, ਜੇ ਤੂੰ ਸੋਨੇ ਦੇ ਗਹਿਣੇ ਪਾਏ ਨੇ ਤੇ ਗਹਿਣੇ ਪਾ ਕੇ ਰੱਬ ਚੇਤੇ ਆਉਂਦਾ ਹੈ ਤੇ ਸਵੀਕਾਰ ਨੇ। ਪਰ ਮੇਰਾ ਖਿਆਲ ਕਿ ਜਦੋਂ ਪਰਮਾਤਮਾ ਦੀ ਬੰਦਗੀ 'ਚ ਕੋਈ ਜੁੜ ਜਾਂਦਾ ਹੈ ਨਾ, ਉਹਦੇ ਲਈ ਸਭ ਤੋਂ ਵੱਡਾ ਸ਼ਿੰਗਾਰ ਰੱਬ ਦੀ ਬੰਦਗੀ ਹੀ ਹੋ ਜਾਂਦੀ ਹੈ। ਪਰ ਜਿਹੜਾ ਤੂੰ ਸੋਨਾ ਪਾਈ ਬੈਠਾ, ਇੰਨੇ ਵੱਡੇ ਗਹਿਣੇ, ਇਹ ਵੀ ਤਾਂ ਬਿਨਸਨਹਾਰ ਨੇ, ਚਾਂਦੀ ਬਿਨਸਨਹਾਰ ਹੈ। ਕੂੜ ਪਹਿਨਣਹਾਰ, ਜਿਸ ਸਰੀਰ ਉੱਤੇ ਪਾਏ ਗਏ, ਮੰਨ ਲਓ ਕੰਨਾਂ 'ਚ, ਹੱਥਾਂ 'ਚ, ਪੈਰਾਂ 'ਚ, ਮੱਥੇ 'ਤੇ, ਵਾਲਾਂ 'ਚ, ਗਲੇ 'ਚ, ਜਿੰਨੇ ਮਰਜ਼ੀ ਗਹਿਣੇ ਪਾ ਲਓ, ਇਹ ਕੰਨ, ਇਹ ਨੱਕ, ਇਹ ਅੱਖਾਂ, ਇਹ ਸਰੀਰ ਦਾ ਗਲਾ, ਹੱਥਾਂ ਪੈਰਾਂ ਨੇ ਇੱਕ ਦਿਨ ਸੜ ਕੇ ਕੋਲੇ ਹੋ ਜਾਣਾ ਹੈ। ਮਹਾਰਾਜ ਕਹਿੰਦੇ ਨੂੰ ਭਲਿਆ ਤੈਨੂੰ ਕਰਤਾਰ ਵਿਸਰ ਗਿਆ, ਤੂੰ ਸੋਨੇ ਚਾਂਦੀ ਵਿੱਚ ਖਚਤ ਹੋ ਗਿਆ, ਤੈਨੂੰ ਪਰਮਾਤਮਾ ਦੀ ਯਾਦ ਭੁੱਲ ਗਈ। ਸੱਚ ਇਹ ਪਾਣ ਵਾਲੇ ਸਰੀਰ ਨੇ ਵੀ ਇੱਕ ਦਿਨ ਸੜ ਜਾਣਾ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਅੱਗੇ ਮਹਾਰਾਜ ਕਹਿੰਦੇ ਨੇ ਕੂੜ ਕਾਇਆ, ਜਿਹੜੀ ਸਰੀਰ ਦਿਸਦਾ ਪਿਆ ਇਹ ਵੀ ਤਾਂ ਕੂੜ ਹੈ ਨਾ। ਕੂੜ ਕੱਪੜ, ਜਿਹੜੇ ਇਸ ਸਰੀਰ ਦੇ ਉੱਪਰ ਤੂੰ ਬਸਤਰ ਪਹਿ ਰਿਹਾ, ਕੱਪੜੇ ਪਾ ਰਿਹਾ, ਇਹ ਸਰੀਰ ਦੇ ਬਸਤਰ ਵੀ ਝੂਠੇ ਨੇ। ਤੇ ਮਹਾਰਾਜ ਕਹਿੰਦੇ ਨੇ ਕਿ ਕੂੜ ਰੂਪ ਅਪਾਰ,
ਰੂਪ ਦਾ ਅਰਥ ਹੈ ਸੁਹੱਪਣ, ਸੁੰਦਰਤਾ, ਬੋਡੀ ਦੀ ਕਸ਼ਿਸ਼। ਅਪਾਰ ਦਾ ਅਰਥ ਹੈ ਬੇਅੰਤ, ਜਿਹਦੇ ਵਰਗਾ ਸੋਹਣਾ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਸੋਨੇ ਦੇ ਗਹਿਣੇ ਝੂਠੇ, ਚਾਂਦੀ ਦੇ ਗਹਿਣੇ ਝੂਠੇ, ਪਾਣ ਵਾਲਾ ਸਰੀਰ ਵੀ ਝੂਠਾ ਕੂੜ। ਤੇ ਸ਼ਬਦ ਵਰਤਿਆ ਕਾਇਆ ਵੀ ਝੂਠੀ, ਅਰੂਪ ਵੀ ਝੂਠਾ। ਸੱਚ ਇਹ ਵੇ ਜਿਹੜਾ ਬੰਦਾ ਆਪਣੇ ਕੱਪੜੇ, ਕਾਇਆ ਦਾ, ਰੂਪ ਦਾ ਮਾਣ ਕਰਦਾ ਹੈ, ਇਹ ਸਭ ਝੂਠਾ। ਉਂਝ ਜੇ ਦੇਖੀਏ ਕਿ ਮੌਤ ਨਾਲ ਤੇ ਬਿਨਸ ਨਹੀਂ ਹੈ। ਸੱਚ ਇਹ ਵੇ ਕਿ ਬੰਦਾ ਜਿਸ ਦਿਨ ਤੋਂ ਜਨਮ ਲੈਂਦਾ ਹੈ, ਇਹਦੀ ਕਾਇਆ ਦਿਨ ਬ ਦਿਨ ਚੇਂਜ ਹੁੰਦੀ ਰਹਿੰਦੀ। ਚਲੋ ਬਚਪਨ ਵਿੱਚ ਇਹ ਸਭ ਨੂੰ ਪਿਆਰਾ ਲੱਗਦਾ ਹੈ, ਜਵਾਨੀ ਵਿੱਚ ਇਹਦੀ ਸੁੰਦਰਤਾ ਵਾਸ਼ਨਾ ਦੇ ਅਧੀਨ ਹੋ ਜਾਂਦੀ, ਇਹ ਵਾਸ਼ਨਾ ਅਧੀਨ ਹੁੰਦਾ ਹੈ। ਹਜ਼ੂਰ ਨੇ, ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ 'ਚ ਬਚਨ ਵੀ ਕੀਤੇ, ਜਦੋਂ ਬੰਦੇ ਕੋਲ ਚੇਤੇ ਰੱਖਿਓ ਮੇਲ ਹੋਵੇ, ਫੀਮੇਲ ਹੋਵੇ, ਮਰਦ ਹੋਵੇ, ਇਸਤਰੀ ਹੋਵੇ, ਜਦੋਂ ਅਕਸਰ ਬੰਦੇ ਕੋਲ ਜਵਾਨੀ ਤੇ ਪੈਸਾ ਹੁੰਦਾ ਹੈ ਨਾ, ਉਦੋਂ ਸੰਭਲਣਾ ਬੜਾ ਮੁਸ਼ਕਲ। ਇਹ ਤਾਂ ਇੱਕ ਹੜ੍ਹ ਹੈ। ਸਿਆਣੇ ਲੋਕ ਕਹਿੰਦੇ ਸਨ ਕਿ ਜਵਾਨੀ ਹੜ੍ਹ ਦਾ ਪਾਣੀ ਹੈ। ਜਿਨ੍ਹਾਂ ਨੂੰ ਬੰਨ੍ਹ ਕੇ ਡੈਮ ਬਣਾਉਣ ਦੀ ਜਾਚ ਆ ਗਈ, ਡੈਮ ਬਣਾ ਲਿਆ, ਉਹਨਾਂ ਲਈ ਹੜ੍ਹ ਵੀ ਕੰਮ ਦੇ ਜਾਂਦਾ ਹੈ। ਪਰ ਜਿਨ੍ਹਾਂ ਨੂੰ ਸਾਂਭਣਾ ਨਾ ਆਇਆ, ਉਹਨਾਂ ਨੂੰ ਜਵਾਨੀ ਤਬਾਹ ਕਰ ਦਿੰਦੀ ਹੈ। ਇਹ ਕਾਇਆ ਕੂੜ ਹੈ, ਇਹ ਸੁਹੱਪਣ, ਇਹ ਰੂਪ ਕੂੜ ਹੈ। ਮੈਂ ਬਾਣੀ ਚੋਂ ਆਪ ਜੀ ਨੂੰ ਉਦਾਹਰਨ ਦੇਣਾ। ਜਿੰਨੇ ਅਸੀਂ ਜਾਣਦੇ ਹਾਂ ਕਿ ਸਾਡੀ ਬਾਡੀ ਚੇਂਜ ਨਹੀਂ ਹੋ ਰਹੀ। ਹਰ ਸਾਲ ਬਾਅਦ ਲੋਕ ਚਲੋ ਜਨਮ ਦਿਨ ਮਨਾਉਂਦੇ ਆ, ਹਰ ਜਨਮ ਦਿਨ ਵਾਲੇ ਦਿਹਾੜੇ ਤਸਵੀਰ ਖਿੱਚੀ ਜਾਓ, ਤੇ ਇੱਕ ਤਸਵੀਰ ਨੂੰ ਦੂਜੇ ਸਾਲ ਮਿਲਾਓਗੇ, ਉਹ ਦੂਜੇ ਨਾਲ ਮਿਲੇਗੀ ਨਹੀਂ, ਕਿਉਂਕਿ ਬਾਡੀ ਵਿੱਚ ਚੇਂਜ ਆਉਂਦੀ ਰਹਿੰਦੀ, ਉਹ ਤਬਦੀਲ ਹੋਵੇਗੀ। ਉਹ ਭਾਵੇਂ ਰੂਪ ਹੈ, ਭਾਵੇਂ ਕਾਇਆ ਹੈ। ਇਸੇ ਕਰਕੇ ਕਬੀਰ ਸਾਹਿਬ ਨੇ ਤਾਂ ਕਮਾਲ ਦੇ ਬਚਨ ਕਹੇ, ਕਹਿੰਦੇ ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਸਕਿਨ ਨੂੰ, ਚਮੜੀ ਸੋਹਣੀ ਨੂੰ ਦੇਖ ਕੇ ਹੰਕਾਰ ਨਾ ਕਰ। ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਜੰਗ। ਜਿਵੇਂ ਸੱਪ ਆਪਣੀ ਕੁੰਝ ਨੂੰ ਕੁਝ ਦਿਨਾਂ ਬਾਅਦ ਛੱਡ ਦਿੰਦਾ ਹੈ, ਜਿਸ ਕਾਇਆ ਦਾ ਆਪਾਂ ਮਾਣ ਕਰਨੇ ਆ, ਸੱਪ ਕੁਝ ਦਿਨਾਂ ਬਾਅਦ ਛੱਡ ਜਾਂਦਾ ਹੈ। ਤੇ ਚੇਤੇ ਰੱਖਿਓ ਅਸੀਂ ਲੋਕ ਇਸ ਨੂੰ ਕੁਝ ਸਾਲਾਂ ਬਾਅਦ ਛੱਡ ਜਾਵਾਂਗੇ, ਪਰ ਇੱਕ ਦਿਨ ਇਸ ਤਰ੍ਹਾਂ ਕਾਇਆ ਰੁਲੇਗੀ ਜਿਵੇਂ ਸੱਪ ਦੀ ਕੁੰਝ ਰੁਲਦੀ ਹੈ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਜੰਗ। ਜਿਵੇਂ ਸੱਪ ਆਪਣੀ ਕੁੰਝ ਤਿਆਗ ਦਿੰਦਾ ਹੈ। ਇਸੇ ਤਰ੍ਹਾਂ ਹੀ ਬਾਣੀ 'ਚ ਮਹਾਰਾਜ ਜੀ ਨੇ ਬੜੇ ਬਚਨ ਦਿੱਤੇ ਨੇ। ਜਿਵੇਂ ਅਸੀਂ ਪਾਠ ਕਰਨੇ ਹਾਂ, ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ 'ਚ ਇੱਕ ਬਚਨ ਹੈ। ਉਹਨਾਂ ਨੇ ਬਚਨ ਕੀਤਾ ਹੈ ਕਿ ਭਾਵੇਂ ਕਈ ਸਾਖੀਕਾਰ ਸਾਖੀ ਵੀ ਸੁਣਾਉਂਦੇ ਨੇ ਕਿ ਇੱਕ ਉਹ ਔਰਤ ਜਿਹਦੇ ਅੱਖਾਂ ਵਿੱਚ ਸੁਰਮਾ ਦੀ ਧਾਰੀ, ਸੁਰਮਾ ਵੀ ਜਿਹੜਾ ਸੀ ਉਹ ਅੱਖਾਂ ਵਿੱਚ ਰੜਕਦਾ। ਕਈ ਵਾਰੀ ਅਸੀਂ ਦੇਖਦੇ ਹਾਂ ਸੁਰਮਾ ਮੋਟਾ ਪਾਇਆ ਜਾਏ, ਅੱਖਾਂ 'ਚੋਂ ਪਾਣੀ ਆਉਂਦਾ, ਰੜਕਦਾ। ਬਾਬਾ ਸਾਹਿਬ ਕਹਿੰਦੇ ਉਹਦੀਆਂ ਅੱਖਾਂ ਨੇ, ਮੈਂ ਅਰਜ਼ ਕਰਾਂਗਾ ਜਵਾਨੀ ਪ੍ਰਭਾਵਿਤ ਕਰਦੀ, ਉਹਦੀਆਂ ਅੱਖਾਂ ਦੇ ਸੁਰਮੇ ਨੇ ਲੋਕਾਂ ਨੂੰ ਮੋਹ ਲਿਆ। ਲੋਕ ਉਹਨੂੰ ਹਰਨਾਂ ਦੀਆਂ ਅੱਖਾਂ, ਹਰਨੀ ਦੀਆਂ ਅੱਖਾਂ ਵਾਲੀਆਂ ਕਹਿਣ ਲੱਗੇ। ਬਾਬਾ ਸਾਹਿਬ ਕਹਿੰਦੇ ਨੇ ਮੌਤ ਹੋਈ ਤੇ ਕਬਰਾਂ 'ਚ ਮੈਂ ਦੇਖਿਆ ਉਹਦੀ ਕਬਰ 'ਚੋਂ ਕਿਤੇ ਖੋਪੜੀ ਬਾਹਰ ਆ ਗਈ, ਤੇ ਉਹਦੀਆਂ ਅੱਖਾਂ ਜਿਹੜੀਆਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ, ਜਿਨ੍ਹਾਂ ਅੱਖਾਂ ਨੇ ਸੁਰਮੇ ਦੀ ਧਾਰੀ ਨਹੀਂ ਸੀ ਕਦੀ ਜਰੀ, ਉਹ ਅੱਖਾਂ ਦੀ ਖੋੜ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਨੇ। ਨਿੱਕੇ ਨਿੱਕੇ ਬੱਚੇ ਆਂਡਿਆਂ 'ਚ ਨਿਕਲਦੇ ਨੇ। ਕਹਿੰਦੇ ਉਸ ਖੋਪੜੀ ਨੂੰ ਦੇਖ ਕੇ ਕਿਹਾ, ਦੇਖ ਫਰੀਦ, ਕਦੀ ਸੁਹੱਪਣ ਇੰਨਾ ਸੀ, ਇਹਦੀਆਂ ਅੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ, ਅੱਜ ਇੰਨੀ ਮਾੜੀ ਦਸ਼ਾ ਕਿੱਥੇ ਗਈ ਉਹ ਰੂਹ? ਇਹਦੀਆਂ ਅੱਖਾਂ ਦੀ ਖੋੜ ਵਾਲੀ ਥਾਂ ਤੇ ਆ ਕੇ ਪੰਛੀਆਂ ਨੇ ਆਂਡੇ ਤੇ ਬੱਚੇ ਦੇ ਦਿੱਤੇ। ਇਹ ਗੁਰੂ ਗ੍ਰੰਥ ਸਾਹਿਬ ਸ਼ਲੋਕ ਹੈ ਕਿ ਜਿਨ ਲੋਇਣ ਜਗ ਮੋਹਿਆ, ਜਿਨ੍ਹਾਂ ਅੱਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਸੇ ਲੋਇਣ ਮੈਂ ਡਿੱਠ, ਉਹ ਅੱਖਾਂ ਮੈਂ ਖੁਦ ਦੇਖੀਆਂ, ਮੈਂ ਡਿੱਠ ਦਰ ਤੇ ਮੈਂ ਵੇਖੀਆਂ। ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੋਏ ਬਿਘਿੱਠ। ਜਿਹੜੇ ਕਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਅੱਜ ਉਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਨੇ। ਇੱਕ ਹੋਰ ਬਾਬਾ ਜੀ ਦਾ ਸ਼ਲੋਕ ਹੈ ਜੀ, ਉਹ ਵੀ ਕਾਇਆਂ ਦੇ ਸੁੱਖ ਬਾਰੇ ਵੇ, ਕੱਪੜਿਆਂ ਬਾਰੇ, ਕਾਇਆਂ ਦੀ ਚਮੜੀ ਬਾਰੇ। ਆਦਮੀ ਰਾਤ ਨੂੰ ਸੌਂਦਾ ਹੈ, ਕਈ ਵਾਰੀ ਬਿਸਤਰੇ ਵਿੱਚ ਵੱਟ ਰਹਿ ਜਾਂਦਾ ਹੈ। ਅਸੀਂ ਦੇਖਦੇ ਹਾਂ ਦਰੀ 'ਚ ਵੱਟ ਰਹਿ ਜਾਏ ਤੇ ਚੁੱਭਦਾ।
ਖੇਸ 'ਚ ਵੱਟ ਰਹਿ ਜਾਏ, ਬੰਦਾ ਰਾਤੀ ਪਾਸੇ ਮਾਰਦਾ। ਜੇ ਪੁੱਛੋ ਸਵੇਰੇ ਕਹਿੰਦਾ ਅੱਜ ਰਾਤ ਨੀਂਦ ਨਹੀਂ ਪਈ, ਇਹ ਵੱਟ ਸੀ ਮੰਜੇ 'ਚ, ਬਿਸਤਰੇ 'ਚ ਵੱਟ ਪਿਆ ਸੀ। ਬਾਬਾ ਜੀ ਕਹਿੰਦੇ ਕਮਾਲ ਦੀ ਗੱਲ, ਜਦੋਂ ਜਿਉਂਦਾ ਹੈ ਬਿਸਤਰੇ 'ਚ ਵੱਟ ਰਹਿ ਜਾਏ ਸਾਰੀ ਰਾਤ ਪਾਸੇ ਮਾਰਦਾ ਹੈ। ਜਦੋਂ ਮੌਤ ਹੋ ਗਈ ਕਬਰ 'ਚ ਲੈ ਕੇ ਆਏ, ਤਕੀਆ ਸਰਾਣਾ ਇੱਟ ਦਾ ਬਣਾਇਆ ਤੇ ਉੱਤੇ ਮਣਾ ਮੂੰਹ ਮਿੱਟੀ ਪਾ ਦਿੱਤੀ, ਤੇ ਕੁਝ ਸਮੇਂ ਬਾਅਦ ਜ਼ਮੀਨ 'ਚੋਂ ਕੀੜੇ ਨਿਕਲੇ। ਉਸ ਮੁਰਦਾ ਲਾਸ਼ ਦਾ ਚੰਮ ਮਾਸ ਜਿਹੜਾ ਨੋਚ ਕੇ ਖਾਣ ਲੱਗੇ। ਬਾਬਾ ਸਾਹਿਬ ਕਹਿੰਦੇ ਨੇ ਕਬਰ ਤੇ ਖਲੋ ਕੇ ਪੁੱਛੋ ਇਹਨੂੰ ਕਿ ਜਦੋਂ ਤੂੰ ਜਿਉਂਦਾ ਸੈਂ ਇੰਨਾ ਕਾਇਆਂ ਦਾ ਮਾਣ, ਇੰਨਾ ਸੁਹਾਪਣ ਦਾ ਮਾਣ, ਕਿ ਤੂੰ ਕਹਿ ਰਿਹਾ ਸੈਂ ਕਿ ਮੈਨੂੰ ਵੱਟ ਰਹਿ ਜਾਏ ਕੱਪੜੇ ਵਿੱਚ ਤੇ ਨੀਂਦ ਨਹੀਂ ਪੈਂਦੀ, ਅੱਜ ਤੱਕ ਕਹਿੰਦੇ ਨੇ ਤੇਰੀ ਚਮੜੀ ਨੂੰ ਕੀੜੇ ਨੋਚ ਕੇ ਖਾਂਦੇ ਨੇ, ਜਿੱਧਰ ਪਰਿਵਾਰ ਦੇ ਜੀ ਲਟਾ ਕੇ ਗਏ ਤੂੰ ਉਧਰ ਹੀ ਪਿਆ ਹੈ। ਬਾਬਾ ਸਾਹਿਬ ਦੇ ਬਚਨ ਨੇ ਕਿ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਿੰਨੇ ਜੋਗ ਹੋ ਗਏ ਕਬਰਾਂ 'ਚ ਇੱਕੇ ਪਾਸੇ ਪਿਆ ਹੈ, ਮੈਨੂੰ ਦੱਸ ਅੱਜ ਪਾਸਾ ਕਿਉਂ ਨਹੀਂ ਬਦਲਦਾ। ਕਹਿਣ ਤੋਂ ਮੁਰਾਦ ਪਿਆਰਿਓ ਸੋਨਾ ਚਾਂਦੀ ਗਹਿਣੇ ਜੋ ਕੋਈ ਦਿਸਦੇ ਪਏ ਨੇ ਪਾਣ ਵਾਲਾ ਵੀ ਝੂਠਾ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ शरीर झूठा है। ये तन ऐसा जैसे घास की टाटी, जल गयो घास रल गयो माटी। महाराज कहते हैं कूड़ काया, कूड़ कपड़, कूड़ रूप, अपार सोहना रूप भी एक दिन बिनस जाएगा, करूपता बनेगा। महाराज कहते हैं कूड़ मियाँ, इत्थे मियाँ का अर्थ है पति, साई हसबैंड। कूड़ बीबी, बीबी का अर्थ इत्थे पत्नी, जिमें असीं मियाँ बीबी लफ्ज़ वरतने, कहते ने इत्थे पति ते पत्नी का रिश्ता भी झूठा है। कूड़ मियाँ, कूड़ बीबी, खप होए खार, खप का अर्थ है क्रिज के खचत हो के, खार लफ्ज़ का अर्थ है खुआर होना, खत्म हो जाना, खज्जल खुआरी होनी, जलील होना। कहते ने कूड़ मियाँ, कूड़ बीबी, खप होए खार, पति ते पत्नी भी कूड़ ने झूठे ने, रिश्ता बिनसनहार है। क्यों कि ये पदार्थां विच मस्त हो के, वासना विच मस्त हो के, भोगां विच ही पै रहे, इन्हां नूं भी खुआरी बनी। कूड़ मियाँ, कूड़ बीबी, खप होए खार। अगे महाराज कहते ने कूड़ कूड़ै नेहों लगा, विसरिया करतार। बस आ ही गल समझण वाली है कि कूड़ कूड़ा नेहों लगा, दो चीज़ां ने, एक कूड़ एक कूड़ा। ਇਹਦਾ मतलब कि शरीर भी कूड़ा है, ते जिस घर च ਇਹਦਾ प्यार पै गया वो भी कूड़ा है। सच ये कि काया भी कूड़ी है, जिस कपड़े नूं प्यार करदा वो भी पाटन वाला कूड़ा है। काया भी झूठी है, जिस गहने नूं प्यार करदा वो भी झूठा है। महाराज कहते ने कूड़ दा कूड़ नाल प्यार बन गया, झूठा झूठे जे प्यार च खचत है। कूड़ कूड़ा नेहों, ने दर ते प्यार, प्यार लगा इन्हां दा, कूड़ कूड़ा नेहों लगा, विसरिया करतार, इनू करतार परमात्मा भुल गया। बाबा नानक साहब कहते ने किस नाल कीचै दोस्ती, किनू अपना यार बनावा, किनू अपना मित्र बनावा, किदे नाल अपने दिल दी सांझ करां, क्योंकि सब जग ਚੱਲਣਹਾਰ। ਇਹ ਤਾਂ ਸਾਰੇ ਜਾਣ ਵਾਲੇ ਨੇ, ਸਾਰੇ ਤਿਆਰ ਖਲੋਤੇ ਨੇ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਪੀਫੁਨ ਜਾਹੇ। ਤਾਂ ਹੀ ਬਾਬਾ ਜੀ ਨੇ ਕਿਹਾ ਕਿਹਦੇ ਨਾਲ ਮਿੱਤਰਤਾ ਕਰਾਂ, ਇੱਥੇ ਕਿਹਦੇ ਨਾਲ ਦੋਸਤੀ ਪਾਵਾਂ, ਇਹ ਸਾਰੇ ਜਾਣ ਵਾਲੇ ਨੇ, ਇਹਨਾਂ ਨੇ ਕਿਸੇ ਨੇ ਰਹਿਣਾ ਨਹੀਂ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਅੱਗੇ ਮਹਾਰਾਜ ਕਹਿੰਦੇ ਨੇ ਕਰੀਏ ਕੀ, ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ ਇਹਨੂੰ ਕੂੜ ਜ਼ਹਿਰ ਵੀ ਮਿੱਠਾ ਲੱਗਦਾ ਪਿਆ। ਕਿੰਨਾ ਮਿੱਠਾ ਲੱਗਦਾ ਜੀ। ਬਾਬਾ ਜੀ ਨੇ ਚਲੋ ਸ਼ਬਦ ਵਰਤਿਆ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਇਹ ਸਾਰੀ ਦੁਨੀਆ ਚਾਹਣ ਵਾਲੀ ਹੈ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਜੀ, ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ਼ ਦਸਤੰਗੀਰ। ਫਾਰਸੀ ਦਾ ਇਹ ਸ਼ਬਦ ਹੈ ਮਹਾਰਾਜ ਦਾ। ਕਹਿੰਦੇ ਨੇ ਕਿਹਨੂੰ ਦੋਸਤ ਮਿੱਤਰ ਬਣਾਵਾਂ। ਜਨ ਦਾ ਅਰਥ ਹੈ ਇਸਤਰੀ ਪਤਨੀ, ਪਿਦਰ ਦਾ ਅਰਥ ਪਿਤਾ,
ਬਿਰਾਦਰਾਂ ਦਾ ਅਰਥ ਹੈ ਸਕੇ ਭਰਾ, ਪੁੱਤਰ, ਭਰਾ, ਮਾਂ, ਇਸਤਰੀ। ਕਹਿੰਦੇ ਨੇ ਜਦੋਂ ਬੰਦਾ ਮਰਦਾ ਹੈ, ਚੇਤੇ ਰੱਖਿਓ, ਮਰੇ ਹੋਏ ਦੀ ਬਾਂਹ ਪਕੜ ਕੇ ਕੋਈ ਉਠਾਉਂਦਾ ਨਹੀਂ। ਹਾਂ, ਉਠਾਉਂਦੇ ਜ਼ਰੂਰ ਨੇ ਆਪਣੇ ਮੋਢਿਆਂ ਦੇ ਉੱਤੇ, ਬਾਂਹ ਪਕੜ ਕੇ ਨਹੀਂ ਕਦੀ ਕੋਈ ਉਠਾਉਂਦਾ। ਜਨ ਪਿਸਰ ਪਦਰ ਬਿਰਾਦਰਾ, ਪੁੱਤਰ, ਇਸਤਰੀ, ਪਿਓ, ਭਰਾ, ਕਸ ਨੇਸ਼ ਦਸਤੰਗੀਰ, ਕਿਸ ਨਾਲ ਕੀਚੈ ਦੋਸਤੀ। ਕਸ ਨੇਸ਼ ਦਸਤੰਗੀਰ, ਇਹਨਾਂ 'ਚੋਂ ਕੋਈ ਹੱਥ ਪਕੜਨ ਵਾਲਾ ਨਹੀਂ। ਮਹਾਰਾਜ ਕਹਿੰਦੇ ਨੇ ਕਸ ਨੇਸ਼ ਦਸਤੰਗੀਰ। ਫਿਰ ਬੰਦਾ ਕਿੰਨਾ ਕੁ ਇਹਦੇ 'ਚ ਖਚਤ ਹੈ। ਇਹ ਮਿੱਠੇ ਬੜਾ ਲੱਗਦਾ। ਕੂੜ ਮਿੱਠਾ, ਜ਼ਹਿਰ ਝੂਠਾ, ਜਿਹੜਾ ਝੂਠ ਹੈ ਉਹ ਬੜਾ ਮਿੱਠਾ ਲੱਗਦਾ ਹੈ। ਕਿੰਨਾ ਮਿੱਠਾ ਜੀ। ਕੂੜ ਮਾਖਿਓ, ਇਹ ਇਸ ਤਰ੍ਹਾਂ ਲੱਗਦਾ ਜਿਵੇਂ ਸ਼ਹਿਦ ਮਿੱਠਾ ਹੈ। ਮਾਖਿਓ ਲਫ਼ਜ਼ ਹਜ਼ੂਰ ਨੇ ਵਰਤਿਆ ਹੈ ਜਿਵੇਂ ਸ਼ਹਿਦ ਮਿੱਠਾ। ਬੜਾ ਬੰਦਾ ਇਹ 'ਚ ਖਿੱਚ-ਖਚਤ ਰਹਿੰਦਾ। ਤੇ ਸਤਿਗੁਰੂ ਕਹਿੰਦੇ ਨੇ ਕੂੜ ਡੋਬੇ ਪੂਰ, ਇਸ ਝੂਠ ਪਿੱਛੇ ਲੱਗ ਕੇ। ਪੂਰ ਆਪਾਂ ਕਹਿੰਦੇ ਹਾਂ ਕਿ ਜਿਵੇਂ ਬੇੜੀ ਤੇ ਬੈਠ ਕੇ ਲੋਕ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਚ ਜਾਂਦੇ ਨੇ, ਅਸੀਂ ਕਹਿੰਦੇ ਬੇੜੀ ਦਾ ਪੂਰ ਭਰਿਆ ਗਿਆ, ਪੂਰ ਕਿਨਾਰੇ ਲੱਗ ਗਿਆ। ਇਹਦਾ ਅਰਥ ਹੈ ਬੇੜੀਆਂ ਦੀਆਂ ਬੇੜੀਆਂ ਡੁੱਬ ਗਈਆਂ। ਇੱਥੇ ਆਦ ਕਾਲ ਤੋਂ ਪੂਰਾਂ ਦੇ ਪੂਰ ਡੁੱਬ ਗਏ, ਪਤਾ ਹੀ ਨਹੀਂ ਕਿੱਥੇ ਚਲੇਗਾ। ਬੁੱਲੇ ਨੇ ਤਾਂ ਹੀ ਕਿਹਾ, ਕਹਿੰਦਾ ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ। ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਕਿੱਥੇ ਚਲੇ ਗਏ। ਮਹਾਰਾਜ ਜੀ ਦੀ ਬੋਲ ਅੰਮ੍ਰਿਤ ਬਾਣੀ 'ਚ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸਿਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ। ਇੱਕ ਖਿਣ 'ਚ ਸਤਿਗੁਰੂ ਕਹਿੰਦੇ ਝੂਠ ਨੇ ਪੂਰਾਂ ਦੇ ਪੂਰ ਡੋਬ ਦਿੱਤੇ। ਪਤਾ ਨਹੀਂ ਕਿੰਨੀ ਕੁ ਦੁਨੀਆ ਖੱਪ ਗਈ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ। ਤੇ ਬਾਬਾ ਜੀ ਕਹਿੰਦੇ ਨੇ ਮੈਂ ਤਾਂ ਇਹਨੂੰ ਕੂੜ ਕਿਹਾ, ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ। ਮੈਂ ਸ਼ੁਰੂਆਤ ਕੀਤੀ ਸੀ ਤੁਧ ਬਾਜ। ਜੇ ਤੂੰ ਨਹੀਂ, ਰਾਜ ਭਾਗ ਝੂਠਾ ਹੈ। ਜੇ ਤੇਰੀ ਯਾਦ ਆ ਜਾਏ ਤੇ ਮਾਲਕ ਹਰ ਚੀਜ਼ ਹੀ ਤੇਰੀ ਦਿੱਤੀ ਹੋਈ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਇਸੇ ਸ਼ਲੋਕ ਦੀ ਵਿਚਾਰ ਅਗਲੇ ਸ਼ਲੋਕ ਨਾਲ ਮਿਲੇਗੀ। ਪਹਿਲੇ ਸ਼ਲੋਕ 'ਚ ਝੂਠ ਹੈ ਸਭ ਕੁਝ, ਦੂਜੇ ਸ਼ਲੋਕ 'ਚ ਮਹਾਰਾਜ ਕਹਿੰਦੇ ਨੇ ਹਾਂ ਸਥਿਰ ਤਾਂ ਹੋ ਸਕਣਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦਾ ਸੱਚਾ ਹੋਏ। ਇਹਦੀ ਵਿਚਾਰ ਅੱਗੇ ਕੀਤੀ ਜਾਏਗੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।